किया भई अकाल की तब चलायो पंथ सब सिखन को हुक्म है गुरु मानियो सिख विरसा सिख विरसा जान है साडी इस नूं सारे प्यार करो। सब तेरी वड्याई कोई नाहू ना जाने मेरा। आदि गुरु नमः जुगाद गुरु नमः ओ सतगुरु नमः श्री गुरुदेव .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਤੇ ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਨ ਹੈ 6 ਕੱਤਕ ਸੰਮਤ 555 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 22 ਅਕਤੂਬਰ 2023 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਤੇ ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। हमारी वेदन तू जानता सारा अवर क्या जाने कोई अवर क्या जाने कोई।
मेरे शाह मैं हर दर्शन सुख होए, मेरे शाह मैं हर दर्शन सुख होए। सबना की तू आस है मेरे प्यारे, सबना की तू आस है मेरे प्यारे, सब तुझे ते आवे मेरे शाह, सब तुझे ते आवे मेरे शाह, ज्यों पावे त्यों रख तू मेरे प्यारे, ज्यों पावे त्यों रख तू मेरे प्यारे, सच नानक के पातशाह, सच नानक के पातशाह, मेरे शाह मैं हर दर्शन सुख होए, मेरे शाह मैं हर दर्शन सुख होए। अमरी वेद तू जानता शाह, अमरी वेद तू जानता शाह, अवर क्या जाने कोई, अवर क्या जाने कोई, मेरे शाह मैं हर दर्शन सुख होए, 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 मैं हर दर्शन सुख होए, मैं हर दर्शन सुख होए, मेरे शाह मैं हर दर्शन सुख होए। ਸਤਨਾਮ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਹੁਣ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਹੜਾ ਹੁਕਮਨਾਮਾ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬਖਸ਼ਿਸ਼ ਕੀਤਾ ਹੈ ਉਸ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਆਏ ਅਨੇਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧਕੂਪ ਤੇ ਲਾਵਹੁ ਆਪੁਨੀ ਚਰਣੀ। ਆਏ
ਅਨੇਕ ਜਨਮ ਭ੍ਰਮ ਸਾਰਣੀ। ਉਦਰ ਦੇਹ ਅੰਧ ਕੂਪ ਤੇ ਲਾਵਹੁ ਆਪੁਨੀ ਚਾਰਣੀ। ਰਹਾਉ ਗਿਆਨ ਧਿਆਨ ਕਿਛ ਕਰਮ ਨ ਜਾਨਾ। ਨਾਹਿ ਨ ਨਿਰਮਲ ਕਰਣੀ। ਸਾਧ ਸੰਗਤ ਕਾ ਅੰਚਲ ਲਾਵਹੁ। ਬਿਖਮ ਨਦੀ ਜਾਏ ਤਰਣੀ। ਸੁਖ ਸੰਪਤ ਮਾਇਆ ਰਸ ਮੀਠੇ। ਇਹ ਨਹੀਂ ਮਨ ਮਹਿ ਧਰਣੀ। ਹਰਿ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ। ਹਰਿ ਨਾਮ ਰੰਗ ਆਭਰਣੀ। ਸੁਖ ਸੰਪਤ ਮਾਇਆ ਰਸ ਮੀਠੇ। ਇਹ ਨਹੀਂ ਮਨ ਮਹਿ ਧਰਣੀ। ਹਰਿ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ। ਹਰਿ ਨਾਮ ਰੰਗ ਆਭਰਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾ। ਆਏ ਅਨੇਕ ਜਨਮ ਭ੍ਰਮ ਸਰਣੀ। ਉਦਰ ਦੇਹ ਅੰਧ ਕੂਪ ਤੇ ਲਾਵਹੁ ਆਪੁਨੀ ਚਾਰਣੀ। ਹੁਣੇ ਅਸੀਂ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕੀਤੀ ਹੈ। ਆਓ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਜੈਤ ਸਰੀ ਮਹੱਲਾ ਪੰਜਵਾ। ਹੇ ਪ੍ਰਭੂ, ਅਸੀਂ ਜੀਵ ਕਈ ਜਨਮਾਂ ਤੋਂ ਭੌਂ ਕੇ ਤੇਰੀ ਹੁਣ ਸ਼ਰਨ ਆਏ ਹਾਂ। ਸਾਡੇ ਸਰੀਰ ਨੂੰ ਮਾਇਆ ਦੇ ਮੋਹ ਨੇ ਘੁੱਪ ਹਨੇਰੇ ਖੂਹ ਤੋਂ ਬਚਾ ਲੈ। ਆਪਣੇ ਚਰਨਾਂ ਦੇ ਵਿੱਚ ਫਿਰ ਜੋੜੀ ਰੱਖ। ਸਾਡੇ ਸਰੀਰ ਨੂੰ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਖੂਹ ਤੋਂ ਬਚਾ ਲੈ ਅਤੇ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਪ੍ਰਭੂ, ਮੈਨੂੰ ਆਤਮਿਕ ਜੀਵਨ ਦੀ ਸੂਝ ਨਹੀਂ। ਮੇਰੀ ਸੁਰ ਤੇਰੇ ਚਰਨਾਂ ਵਿੱਚ ਜੁੜੀ ਨਹੀਂ ਰਹਿੰਦੀ। ਮੈਨੂੰ ਕੋਈ ਚੰਗਾ ਕੰਮ ਨਹੀਂ ਕਰਨਾ ਆਉਂਦਾ। ਮੇਰਾ ਕਰਤੱਵ ਵੀ ਸੁੱਚਾ ਨਹੀਂ ਹੈ। ਹੇ ਪ੍ਰਭੂ, ਮੈਨੂੰ ਸਾਧ ਸੰਗਤ ਦੇ ਲੜ ਲਾ ਦੇ, ਤਾਂ ਕਿ ਇਹ ਔਖੀ ਸੰਸਾਰ ਦੀ ਨਦੀ ਤਰੀ ਜਾ ਸਕੇ। ਹੇ ਨਾਨਕ, ਦੁਨੀਆ ਦੇ ਸੁੱਖ, ਧਨ, ਮਾਇਆ ਦੇ ਮਿੱਠੇ ਸਵਾਦ, ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ। ਪਰਮਾਤਮਾ ਦੇ ਦਰਸ਼ਨ ਨਾਲ ਉਹ ਸੰਤੋਖ ਹਾਸਲ ਕਰਦੇ ਨੇ। ਪਰਮਾਤਮਾ ਦਾ ਨਾਮ ਦਾ ਪਿਆਰ ਹੀ ਉਹਨਾਂ ਦੇ ਜੀਵਨ ਦਾ ਗਹਿਣਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਅੱਜ ਦਾ ਹੁਕਮਨਾਮਾ ਰਾਗ ਜੈਤ ਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ
ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 702 ਅੰਕ ਤੇ ਸੁਸ਼ੋਭਿਤ ਹੈ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। बहुत जन्म बिछड़े थे माधो, बहुत जन्म बिछड़े थे माधो, बहुत जन्म एहो जन्म तुम्हारे, एहो जन्म तुम्हारे लेखे, बहुत जन्म बिछड़े थे माधो, बहुत जन्म बिछड़े थे माधो, बहुत जन्म एहो जन्म तुम्हारे, एहो जन्म तुम्हारे लेखे, बहुत जन्म बिछड़े थे माधो, बहुत जन्म। कह रविदास आस लग जीवो, चिर पयो दर्शन देखे, कह रविदास आस लग जीवो, चिर पयो दर्शन देखे, एहो जन्म तुम्हारे, एहो जन्म तुम्हारे लेखे, बहुत जन्म बिछड़े थे माधो, बहुत जन्म बिछड़े थे माधो, बहुत जन्म एहो जन्म तुम्हारे, एहो जन्म तुम्हारे लेखे, बहुत जन्म बिछड़े थे माधो, बहुत जन्म बिछड़े थे माधो, बहुत जन्म। हम सर दीन दयाल न तुम सर, अब पतियार क्या कीजै,
हम सर दीन दयाल न तुम सर, अब पतियार क्या कीजै। बचनी तोर मोर मन माने, जन को पूरन दीजै। एहो जन्म तुम्हारे, एहो जन्म तुम्हारे लेखे। बहुत जन्म बिछड़े थे माधो, बहुत जन्म बिछड़े थे माधो, बहुत जन्म। एहो जन्म तुम्हारे, एहो जन्म तुम्हारे लेखे। बहुत जन्म बिछड़े थे माधो, बहुत जन्म बिछड़े थे माधो, बहुत जन्म। बल बल जाओ रमैया कारने, कारण कवन बोले। बल बल जाओ रमैया कारने, कारण कवन बोले। एहो जन्म तुम्हारे, एहो जन्म तुम्हारे लेखे। बहुत जन्म बिछड़े थे माधो, बहुत जन्म बिछड़े थे माधो, बहुत जन्म। एहो जन्म तुम्हारे, एहो जन्म तुम्हारे लेखे। बहुत जन्म बिछड़े थे माधो, बहुत जन्म बिछड़े थे माधो, बहुत जन्म। कह रविदास आस लग जीवो, चिर पयो दर्शन देखे। कह रविदास, कह रविदास, कह रविदास, कह रविदास, कह रविदास, कह रविदास।
ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਚਿਰ ਪਇਓ ਦਰਸ਼ਨ ਦਰਸ਼ਨ ਦੇਖੇ ਦਰਸ਼ਨ ਦੇਖੇ ਚਿਰ ਪਇਓ ਦਰਸ਼ਨ ਦੇਖੇ ਦਰਸ਼ਨ ਦੇਖੇ ਚਿਰ ਪਇਓ ਦਰਸ਼ਨ ਦੇਖੇ ਚਿਰ ਪਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਇਹੋ ਜਨਮ ਤੁਮਾਰੇ ਇਹੋ ਜਨਮ ਤੁਮਾਰੇ ਲੇਖੇ ਬਹੁਤ ਜਨਮ ਵਿਛੜੇ ਕੇ ਮਾਧੋ ਬਹੁਤ ਜਨਮ ਵਿਛੜੇ ਕੇ ਮਾਧੋ ਬਹੁਤ ਜਨਮ ਇਹੋ ਜਨਮ ਤੁਮਾਰੇ ਇਹੋ ਜਨਮ ਤੁਮਾਰੇ ਲੇਖੇ ਬਹੁਤ ਜਨਮ ਵਿਛੜੇ ਤੇ ਮਾਧੋ 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 ਬਹੁਤ ਜਨਮ 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਅੱਜ ਦੇ ਹੁਕਮਨਾਮੇ ਦੀ ਜਿਹੜਾ ਕਿ ਸਤਿਗੁਰੂ ਜੀ ਨੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬਖਸ਼ਿਸ਼ ਕੀਤਾ ਹੈ ਪੰਜਾਬੀ ਵਿਆਖਿਆ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ। ਤੇ ਆਓ ਚੱਲਦੇ ਹਾਂ ਹੁਣ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। Jethsari, 5th Mahal. After wandering through so many incarnations, I have come to your sanctuary. Save me. Left my body up out of the deep, dark pit of the world, and attach me to your feet. Pause. I do not know anything about spiritual wisdom, meditation, or karma, and my way of life is not clean and pure. Please attach me to the hem of the robe of the Sad Sangat, the company of the holy. Help me to cross over the terrible river. Comforts, riches, and sweet pleasures of Maya, do not implant these within your mind. Slave Nanak is satisfied and satiated by the blessed vision of the Lord's darshan. His only ornamentation is the love of the Lord's name. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਰਾਗ ਜੈਤਸਰੀ ਦੇ ਵਿੱਚ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 702 ਅੰਗ ਤੇ ਸ਼ੋਭਿਤ ਹੈ। ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ। ਮਿਲ ਮੇਰੇ ਪ੍ਰੀਤਮਾ ਜੀਓ। ਤੁਧ ਬਿਨ ਖਰੀ
जियो तुद बिन खरी निमाणी नैनी नींद न आवे जियो नैनी नींद न आवे
97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਤੇ ਜਿਵੇਂ ਸਾਡੇ ਸਰੋਤੇ ਜਾਣਦੇ ਨੇ ਕਿ ਅਸੀਂ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਲੜੀਵਾਰ ਜਿਹੜੀਆਂ ਵਿਚਾਰਾਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਕੁਝ ਹਫ਼ਤਿਆਂ ਤੋਂ ਅਸੀਂ ਕਥਾ ਪੁਰਾਤਨ ਇਉਂ ਸੁਣੀ ਸਤਵੀਰ ਸਿੰਘ ਜੀ ਦੇ ਲਿਖੀ ਹੋਈ ਇਹ ਕਿਤਾਬ ਹੈ ਤੇ ਇਹਦੇ ਵਿੱਚ ਉਹਨਾਂ ਨੇ ਪੁਰਾਣੇ ਜਿਹੜੇ ਸੋਰਸ ਨੇ ਇਤਿਹਾਸ ਦੇ ਉਹਨਾਂ ਨੂੰ ਆਧਾਰ ਬਣਾ ਕੇ ਜਿਹੜੀ ਇਤਿਹਾਸ ਆ ਸਾਨੂੰ ਦੱਸਿਆ ਹੈ। ਤੇ ਪਿਛਲੇ ਹਫ਼ਤੇ ਦੇ ਵਿੱਚ ਅਸੀਂ ਗੁਰਬਿਲਾਸ ਪਾਤਸ਼ਾਹੀ 6ਵੀਂ ਉਹਦੇ ਵਿੱਚੋਂ ਕੁਝ ਵਿਚਾਰਾਂ ਜਿਹੜੀਆਂ ਨੇ ਉਹਦੇ ਆਧਾਰ ਤੇ ਜਿਹੜੀਆਂ ਕੁਝ ਵਿਚਾਰਾਂ ਨੇ ਭਾਈ ਸਾਹਿਬ ਨੇ ਲਿਖੀਆਂ ਨੇ ਅਧਿਆਏ ਚੌਥਾ ਤੇ ਪੰਜਵਾਂ ਉਹ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਉਹਨਾਂ ਨੂੰ ਹੀ ਅਸੀਂ ਅੱਗੇ ਵਧਾਵਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੇ ਆਓ ਉਸ ਤੋਂ ਪਹਿਲਾਂ ਇੱਕ ਹੋਰ ਸ਼ਬਦ ਸਰਵਨ ਕਰਦੇ ਹਾਂ। सर्व में निरंजना
कत पे कत संग सबके प्रभ नेर हूँ थे मेरे प्रभ नेर हूँ थे मेरे अरदास नानक सुन स्वामी अरदास नानक सुन स्वामी रख ले वो घर के चेरे रख ले वो घर के चेरे स्वामी मेरा स्वामी मेरा सुनो बेनंतिया स्वामी मेरा स्वामी मेरा कोटि अपराध भरे कोटि अपराध भरे भी तेरे चेहरा स्वामी मेरा स्वामी मेरा सुनो बेनंतिया स्वामी मेरा स्वामी मेरा स्वामी मेरा ਹਾਂਜੀ, ਇਹ ਸਨ ਭਾਈ ਸਾਧੂ ਸਿੰਘ ਜੀ ਰਾਗੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਹੁਣ ਅਸੀਂ ਆਪਣੀਆਂ ਜਿਹੜੀਆਂ ਵਿਚਾਰਾਂ ਨੇ ਕਥਾ ਪੁਰਾਤਨ ਇਉਂ ਸੁਣੀ ਸਤਵੀਰ ਸਿੰਘ ਜੀ ਦੇ ਲਿਖੇ ਹੋਏ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ, ਜਿਹੜੀ ਕਿ ਉਹਨਾਂ ਨੇ ਇਹ ਜਿਹੜੀ ਕਥਾ ਜਾਂ ਇਤਿਹਾਸ ਹੈ ਉਸ ਨੂੰ ਗੁਰਪਲਾਸ ਪਾਤਸ਼ਾਹੀ 6ਵੀਂ ਅਧਿਆਏ 4 ਤੇ 5 ਦੇ ਆਧਾਰ ਤੇ ਇਹ ਜਿਹੜੇ ਸ਼ਬਦ ਲਿਖੇ ਨੇ। ਲਿਖਦੇ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਰਾਮਕਲੀ ਰਾਗ ਦੇ ਵਿੱਚ ਸੱਦ ਚਾੜੀ ਤਿਵੇਂ ਹੀ ਸੱਤਾ ਤਥਾ ਬਲਵੰਡ ਮੀਰਾ ਮਰਾਸੀ ਦੀ ਆਖੀ ਬਾਰ ਵੀ ਚੜਾ ਦਿੱਤੀ। ਗੁਰੂ ਅਰਜਨ ਜੀ ਨੇ ਇਹ ਵੀ ਦੱਸਿਆ ਕਿ ਸੱਤਾ ਤੇ ਬਲਵੰਡ ਰਾਗ ਸ਼ਬਦ ਸੁਣਾ ਕੇ ਹੰਕਾਰ ਵਿੱਚ ਆ ਗਏ ਸਨ ਤੇ ਜਦ ਕਿਸੇ ਨੇ ਮੂੰਹ ਨਾ ਲਾਇਆ ਤਾਂ ਭਾਈ ਲੱਦਾ ਪਰਉਪਕਾਰੀ ਦੀ ਸ਼ਰਨ ਲੈ ਕੇ ਖਿਮਾ ਪ੍ਰਾਪਤ ਕੀਤੀ। ਮਹਾਰਾਜ ਨੇ ਇਹ ਵੀ ਦੱਸਿਆ ਕਿ ਜਿਵੇਂ ਇਹ ਦੋਵੇਂ ਫਿੱਟ ਗਏ ਮਾਨ ਮੱਦੇ ਤਿਵੇਂ ਇੱਕ ਵਾਰ ਇੱਛਾ ਰਹਿਤ ਬੇਪਰਵਾਹ ਏਕ ਅਨੀਹ ਰੂਪ ਗੁਰੂ ਨਾਨਕ ਸੁੱਖਾਂ ਦੀ ਖਾਨ ਸੁੱਖ ਖਾਨਕ। ਗੁਰੂ ਨਾਨਕ ਦੇਵ ਜੀ ਮਹਾਰਾਜ ਰਾਵੀ ਦੇ ਕਿਨਾਰੇ ਬਿਰਾਜਮਾਨ ਸਨ ਤਾਂ ਮਰਦਾਨਾ ਤੇ ਦਾਲਾ ਜਿਹੜਾ ਕਿ ਮਸੇਰਾ ਭਾਈ ਸੀ ਭਾਈ ਮਰਦਾਨਾ ਜੀ ਦਾ, ਗੁਰੂ ਜੀ ਨੂੰ ਢੂੰਡਦੇ ਹੋਏ ਉੱਥੇ ਆ ਗਏ। ਮਰਦਾਨੇ ਨੂੰ ਗੁਰੂ ਜੀ ਨੇ ਕਿਹਾ ਰਬਾਬ ਵਜਾਓ ਤੇ ਰਾਗ ਗਾਓ। ਮਹਾਰਾਜ ਨੇ ਜਦ ਆਸਾ ਰਾਗ ਦਾ ਸ਼ਬਦ ਨਾਲ ਰਲਾ ਕੇ ਗਾਇਆ ਤੇ ਰਾਗ ਸੁਣ ਕੇ ਪੰਛੀ ਵੀ ਸ਼ਾਂਤ ਚਿੱਤ ਹੋ ਗਏ। ਦੋਵਾਂ ਦੇ ਖਿਆਲ ਕੀਤਾ ਕਿ ਰਾਗ ਦੇ ਖਿਆਲ ਸੁਣ ਕੇ ਹਰਨ ਪੰਛੀ ਮੋਹੇ ਗਏ ਹਨ। ਉਹਨਾਂ ਨੂੰ ਹੰਕਾਰ ਵਿੱਚ ਵਿਚਰਦਾ ਦੇਖ ਕੇ ਗੁਰੂ ਜੀ ਨੇ ਉਸੇ ਵੇਲੇ ਚੁੱਪ ਧਾਰ ਲਈ। ਦਾਲੇ ਨੇ ਪੁੱਛਿਆ ਚੁੱਪ ਕਿਉਂ ਹੋ ਗਏ ਤਾਂ ਮਹਾਰਾਜ ਨੇ ਕਿਹਾ ਕਿ ਮਾਨੀ ਲੱਖ ਯਤਨ ਖਰੇ ਉਸ ਦਾ ਚਿੱਤ ਨਹੀਂ ਟਿਕਦਾ। ਸ੍ਰੀ ਗੁਰੂ ਨਾਨਕ ਤਬ ਕਹਾ ਤੁਮੈ ਮਾਨ ਅਬ ਕੀਨ ਮਾਨ ਸਹਿਤ ਕਲਿਆਣ ਨਹਿ ਕਰੋੜ ਯਤਨ ਚਿਤ ਚੀਨ। ਮਹਾਰਾਜ ਨੇ ਫਰਮਾਇਆ ਤੁਸੀਂ ਤਾਂ ਛੇਤੀ ਹੀ ਭੁੱਲ ਸੁਧਾਰ ਲਈ ਹੈ, ਪਰ ਸੱਤੇ ਤੇ ਬਲਵੰਡ ਭਟਕ ਕੇ ਵੀ
ਕੇ ਹੀ ਸਿੱਧੇ ਰਾਹ ਪੈਣਗੇ। ਬਸੰਤ ਦੀ ਵਾਰ ਦੀਆਂ 3 ਪੌੜੀਆਂ ਇਸ ਲਈ ਰਹਿ ਗਈਆਂ ਕਿ ਲਾਂਗਰੀ ਨੇ ਆਣ ਕੇ ਆਵਾਜ਼ ਦਿੱਤੀ ਤੇ ਸਤਿਗੁਰੂ ਜੀ ਉਸੇ ਵੇਲੇ ਉੱਠ ਖੜੋਤੇ। ਜਿਵੇਂ ਸੰਗਤ ਦਾ ਨਿਰਾਦਰ ਨਹੀਂ ਕਰਨਾ, ਤਿਵੇਂ ਪੰਗਤ ਲੰਗਰ ਦਾ ਵੀ ਨਹੀਂ। ਜਬੈ ਬਾਰ ਸ੍ਰੀ ਮੁਖ ਰਰੀ, ਪੌੜੀ ਤ੍ਰੈ ਸੁਖ ਖਾਨ। ਲਾਂਗਰੀ ਤਤ ਛਿਨ ਆਏ ਕੈ, ਐਸੇ ਕਿਉ ਬਖਾਨ। ਪ੍ਰਸ਼ਾਦ ਤਿਆਰ ਅਭੈ ਭਇਓ, ਆਇਓ ਇਹ ਮਹਾਰਾਜ। ਤਬ ਪ੍ਰਸ਼ਾਦ ਤਬੈ ਦੇਖ ਪ੍ਰਸ਼ਾਦ ਤਬੈ ਉਠੇ, ਆਪ ਗਰੀਬ ਨਿਵਾਜ। ਤ੍ਰੈ ਪੌੜੀ ਇਹ ਹੇਤ ਰਹਾਈ। ਅਧਿਆਇ ਚੌਥਾ। 4 ਭਗਤਾਂ ਕਾਨ੍ਹਾ, ਸ਼ਾਹ ਹੁਸੈਨ, ਛੱਜੂ ਤੇ ਪੀਲੂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਐਸਾ ਗ੍ਰੰਥ ਰਚ ਰਹੇ ਹਨ ਜਿਸ ਵਿੱਚ ਭਗਤਾਂ ਦੀ ਵੀ ਬਾਣੀ ਹੈ, ਤਾਂ ਉਹਨਾਂ ਨੇ ਇਹ ਰੋਸ ਮਨਾਇਆ ਕਿ ਜਿਨ੍ਹਾਂ ਨੂੰ ਦੇਹ ਰੂਪ ਦੇ ਵਿੱਚ ਨਹੀਂ ਦੇਖਿਆ, ਉਹਨਾਂ ਦੀ ਬਾਣੀ ਤਾਂ ਦਰਜ ਕਰ ਰਹੇ ਹੋ, ਪਰ ਅਸੀਂ ਜੋ ਸਾਹਮਣੇ ਹਾਂ ਪੁੱਛਦੇ ਤੱਕ ਨਹੀਂ। ਸਾਡੀ ਰਚਨਾ ਬਿਨਾਂ ਗ੍ਰੰਥ ਕਿਵੇਂ ਪ੍ਰਮਾਣਿਕ ਹੋਵੇਗਾ। ਚਾਰੇ ਹੀ ਰਾਮਸਰ ਪੁੱਜੇ। ਗੁਰੂ ਜੀ ਨੇ ਆਦਰ ਦਿੱਤਾ ਤੇ ਕਿਹਾ ਕਿ ਬੜੀ ਕਿਰਪਾ ਕੀਤੀ ਜੋ ਦਰਸ਼ਨ ਦਿੱਤੇ ਤੇ ਆਉਣ ਦਾ ਕਾਰਨ ਪੁੱਛਿਆ। ਤੇ ਕਾਨ੍ਹਾ ਨੇ ਦੱਸਿਆ ਕਿ ਸਾਡੀ ਬਾਣੀ ਵੀ ਗ੍ਰੰਥ ਭਾਵ ਕਿ ਗੁਰੂ ਗ੍ਰੰਥ ਜੀ ਦੇ ਵਿੱਚ ਦਰਜ ਕਰੋ। ਮਹਾਰਾਜ ਨੇ ਉਹਨਾਂ ਨੂੰ ਆਪਣੀ ਬਾਣੀ, ਆਪਣੀ ਰਚਨਾ ਸੁਣਾਉਣ ਲਈ ਕਿਹਾ। ਕਾਨ੍ਹਾ ਬੋਲਿਆ, ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਸਭ ਸਿਮਰੇ, ਸਿਮਰਤ ਸਿਮਰਤ ਉਹੀ ਰੇ। ਮਹਾਰਾਜ ਨੇ ਕਿਹਾ ਕਿ ਸਾਡੇ ਘਰ ਵਿੱਚ ਇਹ ਪ੍ਰਵਾਨ ਨਹੀਂ, ਅਸਾਂ ਤਾਂ ਨਿਮਰਤਾ ਦੇ ਵਿੱਚ ਪੰਥ ਕੀਤਾ ਹੈ। ਉਸਨੇ ਗੁੱਸੇ ਵਿੱਚ ਕਿਹਾ, ਮੇਰਾ ਵਚਨ ਤੁਸੀਂ ਟਾਲਿਆ ਹੈ, ਬੜੀ ਸਜ਼ਾ ਦਿਲਾਵਾਂਗਾ। ਮਹਾਰਾਜ ਨੇ ਸੁਭਾਵਕ ਹੀ ਕਿਹਾ, ਜੇ ਪੁੱਜਣ ਹੋਏਗਾ ਤਾਂ। ਉਹ ਲਾਹੌਰ ਜਾ ਰਿਹਾ ਸੀ। ਐਸੀ ਹਨੇਰੀ ਝੁੱਲੀ ਕਿ ਰੁੱਖ ਉਸਦੇ ਸਿਰ ਉੱਤੇ ਡਿੱਗ ਪਿਆ ਤੇ ਲਾਹੌਰ ਪੁੱਜਣਾ ਉਸਦਾ ਨਾ ਹੋ ਸਕਿਆ। ਮਹਾਂਪੁਰਖਨ ਸੋ ਜੋ ਅੜੇ, ਪੁਜੇ ਨਾ ਕਿਤ ਹੀ ਠੋਰ। ਕਾਨ੍ਹਾ ਲਾਹੌਰ ਪੁੱਜ ਹੀ ਨਾ ਸਕਿਆ, ਰਾਹ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ। ਪੀਲੂ ਬੋਲਿਆ, ਸਾਡੇ ਨਾਲੋਂ ਉਹ ਚੰਗੇ ਨੇ ਜੋ ਜੰਮਦੇ ਹੀ ਮਰ ਗਏ। ਨਾ ਤਾਂ ਉਹ ਵਿਸ਼ੇ ਵਿਕਾਰਾਂ ਵਿੱਚ ਗਏ ਤੇ ਨਾ ਹੀ ਈਰਖਾ ਵਿੱਚ ਸੜੇ। ਅਸਾਂ ਨਾਲੋਂ ਸੇ ਭਲੇ, ਜਨਮਤ ਹੀ ਮਰ ਜਾਤ। ਵਿਖੇ ਕੀਚ ਆਲੂਦ ਨਹਿ, ਭਈ ਨਾ ਜਗ ਕੀ ਤਾਤ। ਗੁਰੂ ਜੀ ਨੇ ਕਿਹਾ, ਪੀਲੂ ਜੀ, ਜੀਵਨ ਜਿਉਂ ਕੇ ਹੀ ਤਾਂ ਵਾਹਿਗੁਰੂ ਮਿਲਦਾ ਹੈ। ਜੰਮਦੇ ਹੀ ਜੋ ਮਰ ਗਏ ਉਹ ਪ੍ਰਭੂ ਪ੍ਰਾਪਤੀ ਤੋਂ ਵਾਂਝੇ ਰਹਿ ਗਏ। ਜੀਵਨ ਹੀ ਹਰ ਜੋ ਲਹੈ, ਸਤਿਗੁਰ ਭਾਖੈ ਬੈਨ। ਛੱਜੂ ਨੇ ਹੰਕਾਰ ਵਿੱਚ ਆ ਕੇ ਕਿਹਾ, ਕਾਗਦ ਕੀ ਜੇ ਹੋਵੈ ਨਾਰੀ, ਵਿਸ ਗੰਦਲ ਅਰ ਜਾਨ ਕਟਾਰੀ। ਸਤਿਗੁਰੂ ਜੀ ਨੇ ਫਰਮਾਇਆ, ਨਾਰੀ ਨਹੀਂ ਨਿੰਦੀ ਦੀ, ਗ੍ਰਸਤੀ ਪੰਥ ਰਚਿਓ ਜਗ ਮਾਹੀ। ਸ਼ਾਹ ਹੁਸੈਨ ਬੋਲਿਆ, ਬੋਲਣ ਦੀ ਇਹ ਠਾਂ ਜਾਂ ਨਾਹੇ, ਚੁੱਪ ਵੇ ਅੜਿਆ ਚੁੱਪ ਕਰ ਜਾਏ। ਮਹਾਰਾਜ ਨੇ ਮੁਸਕਰਾ ਕੇ ਕਿਹਾ, ਫਿਰ ਸ਼ਾਹ ਹੁਸੈਨ ਜੀ ਚੁੱਪ ਹੀ ਰਹੋ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾ ਆਤਮਕ ਤੇ ਨਾ ਸਿਧਾਤਮਕ ਰਲਾ ਪੈਣ ਦਿੱਤਾ ਗਿਆ। ਪ੍ਰਭਾਤੀ ਰਾਗ 30ਵਾਂ ਰਾਗ ਲਿਖ ਕੇ ਰਾਗ ਦੀ ਸਮਾਪਤੀ ਕਰ ਪਿੱਛੋਂ ਸਹਿਸਕ੍ਰਿਤੀ ਸ਼ਲੋਕ, ਗਾਥਾ ਪੁਨਹੇ ਚਾਉ ਬੋਲੇ, ਕਬੀਰ ਜੀ ਦੇ ਸ਼ਲੋਕ, ਸ਼ੇਖ ਫਰੀਦ ਜੀ ਦੇ ਸ਼ਲੋਕ, ਸਵਈਏ ਸ੍ਰੀ ਮੁਖ ਵਾਕ ਤੇ ਭੱਟਾਂ ਦੇ ਸਵਈਏ, ਗੁਰੂ ਪਾਤਸ਼ਾਹ ਦੇ ਸ਼ਲੋਕ 12 ਤੇ ਵਧੇਕ ਦਰਜ ਕਰਕੇ ਮਦਾਵਣੀ ਤੇ ਭੋਗ ਪਾਇਆ। ਮਦਾਵਣੀ ਦੇ ਵਿੱਚ ਬੜੇ ਨਿਸ਼ਚੇ ਪਰ ਨਿਮਰਤਾ ਦੇ ਨਾਲ ਕਿਹਾ ਕਿ ਐਸਾ ਰੂਹਾਨੀ ਥਾਲ ਪਰੋਸਿਆ ਹੈ ਜਿਸ ਵਿੱਚ ਸਤ, ਸੰਤੋਖ ਅਤੇ ਵਿਚਾਰ ਇੱਕ ਥਾਂ ਇਕੱਠੇ ਕਰ ਦਿੱਤੇ ਨੇ। ਇਹਨਾਂ ਤਿੰਨਾਂ ਦਾ ਆਧਾਰ ਕੇਵਲ ਅੰਮ੍ਰਿਤ ਨਾਮ ਹੈ। ਜਿਸ ਪਾਸ ਖਾਣ ਤੇ ਪਚਾਉਣ ਦੀ ਸ਼ਕਤੀ ਹੋਵੇਗੀ ਉਹ ਭਵ ਸਾਗਰ ਤੋਂ ਪਾਰ ਉਤਰ ਜਾਏਗਾ। ਇੱਕ ਸਿੱਖ ਨੇ ਭਾਈ ਮਨੀ ਸਿੰਘ ਜੀ ਕੋਲੋਂ 30 ਰਾਗਾਂ ਨੂੰ ਤਰਤੀਬ ਨਾਲ ਦੱਸਣ ਦੀ ਬੇਨਤੀ ਕੀਤੀ ਤੇ ਉਸਨੇ ਕਿਹਾ, ਸੁਣੋ ਪਿਆਰੇ,
ਭਿੰਨ ਭਿੰਨ ਸੁਣ ਰਾਗ ਸੁਧਾਰੇ, ਸ੍ਰੀ ਰਾਗ ਪੁਨ ਮਾਤ ਪਛਾਨੋ, ਗੌੜੀ ਆਸਾ ਗੁਜਰੀ ਮਨ ਜਾਨੋ। ਦੇਵ ਗੰਧਾਰ ਬਿਹਾਗ ਅਨੂਪ, ਬਡਹੰਸ ਸੋਰਠ ਧਨਾਸਰੀ ਰੂਪ। ਜੈਤ ਸਰੀ ਟੋਡੀ ਬੈਰਾੜੀ, ਤਿਲੰਗ ਸੂਹੀ ਬਿਲਾਵਲ ਗਾੜੀ। ਗੌਂਡ ਰਾਮ ਕਲੀ ਔ ਨਟ ਸਾਰੀ, ਮਾਲੀ ਗੌੜਾ ਮਾਰੂ ਤੁਖਾਰੀ। ਕੇਦਾਰਾ ਭੈਰੋਂ ਬਸੰਤ, ਸਾਰੰਗ ਮਲਾਰ ਕਾਨੜਾ ਸੰਤ। ਦੋਹਰਾ ਕਲਿਆਣ ਪ੍ਰਭਾਤੀ ਵਿੰਸ ਦਸ, ਕਹੈ ਰਾਗ ਪ੍ਰਗਟਾਏ। ਸਹਿਸਕ੍ਰਿਤੀ ਸ਼ਲੋਕ ਪੁਨ ਆਗੈ ਲਿਖੈ ਬਨਾਏ। ਸਹਿਸਕ੍ਰਿਤੀ ਸ਼ਲੋਕਾਂ ਬਾਰੇ ਮਨੌਤ ਹੈ ਕਿ ਕਾਂਸ਼ੀ ਤੋਂ ਦੋ ਪੰਡਿਤ ਭਰਾਵਾਂ ਕਿਸ਼ਨ ਲਾਲ ਤੇ ਹਰੀ ਲਾਲ ਨੇ ਕਾਂਚੀ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰੇ 4 ਸਹਿਸਕ੍ਰਿਤੀ ਸ਼ਲੋਕ ਸੁਣਾਏ। ਮਹਾਰਾਜ ਨੇ ਦਰਜ ਕਰ ਲੀਤੇ। ਇਹ ਵੀ ਕਿਹਾ ਉਹਨਾਂ ਨੇ ਕਿ ਸ਼ਿਵ ਦਾ ਮੰਤਰ ਜੋ ਕਾਂਚੀ ਵਿੱਚ ਮਰਨ ਵਾਲੇ ਪ੍ਰਾਣੀ ਨੂੰ ਕੰਨਾਂ ਵਿੱਚ ਕਲਿਆਣ ਹਿਤ ਸੁਣਾਉਂਦੇ ਹੈ, ਉਹ ਵੀ ਗੁਰੂ ਦੀ ਬਾਣੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਤੁਸੀਂ ਵੀ ਆਪਣੀ ਬਾਣੀ ਗੁਰੂ ਗ੍ਰੰਥ ਦੇ ਵਿੱਚ ਚਾੜ ਦਿਓ। ਤਾਂ ਭਾਈ ਸਾਹਿਬ ਨੇ ਕਿਹਾ, ਕਿੱਥੇ ਟਟਹਿਣੇ ਦੀ ਚਮਕ ਤੇ ਕਿੱਥੇ ਸੂਰਜ ਦਾ ਪ੍ਰਕਾਸ਼। ਕਹਿ ਫਟ ਬੀਜਨ ਕਹਿ ਰਬ ਜੋਤ। 3 ਵਾਰ ਪੰਚਮ ਪਿਤਾ ਨੇ ਕਿਹਾ, ਪਰ ਭਾਈ ਜੀ ਨੇ ਹੱਥ ਜੋੜੀ ਰੱਖੇ। ਮਹਾਰਾਜ ਇਤਨੇ ਪ੍ਰਸੰਨ ਹੋਏ ਤੇ ਵਰ ਦਿੰਦੇ ਕਿਹਾ, ਤੁਹਾਡੀ ਲੇਖਣੀ ਵੀ ਟੁੱਟਿਆਂ ਨੂੰ ਜੋੜੇਗੀ, ਪੜ੍ਹਨ ਵਾਲੇ ਨੂੰ ਸਿੱਖੀ ਮਿਲੇਗੀ। ਮਾਨੋ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ। ਭਾਈ ਜੀ ਸੁਣੀਏ ਨਿਰਧਾਰ, ਤੁਮਰੀ ਬਾਣੀ ਅਪਰ ਅਪਾਰ। ਮਾਨੋ ਗ੍ਰੰਥ ਕਾ ਟੀਕਾ ਭਇਓ, ਜਹ ਪੜੇ ਦੁਖ ਸਗਲਾ ਗਇਓ। ਦੋਹਰਾ ਜੀਵ ਟੁੱਟੈ ਕੋ ਮੇਲ ਹੈ, ਤੁਮ ਬਾਣੀ ਨਿਰਧਾਰ। ਸਿੱਖੀ ਪ੍ਰਾਪਤ ਹੋਏ ਤਿਹੁ, ਜੋ ਪੜੈ ਹਿਤ ਧਾਰ। ਸਵਈਏ ਉਚਾਰਨ ਵਾਲੇ ਭੱਟ ਮਾਨੋ ਵੇਦਾਂ ਦੇ ਅਵਤਾਰ ਹੀ ਸਨ। ਕਿਤਨਾ ਸਮਾਂ ਉਹਨਾਂ ਨੂੰ ਭਟਕਦੇ ਹੋਏ ਹੋ ਗਿਆ ਸੀ, ਕਿਧਰੋਂ ਸ਼ਾਂਤੀ ਨਹੀਂ ਮਿਲਦੀ ਸੀ। ਸ੍ਰੀ ਅੰਮ੍ਰਿਤਸਰ ਆਏ ਤਾਂ ਮਨ ਟਿਕਿਆ। ਸੁਦਾ ਸਰੋਵਰ ਮੈਂ ਆਏ, ਫਿਰਤ ਫਿਰਤ ਸਭ ਦੇਸ। ਗੁਰੂ ਅਰਜਨ ਜੀ ਜਬ ਪਿਖੇ, ਭਈ ਸ਼ਾਂਤ ਚਿਤ ਦੇਸ। ਗੁਰੂ ਪਾਤਸ਼ਾਹ ਨੂੰ ਵਾਹਿਗੁਰੂ ਦਾ ਰੂਪ ਜਾਣ ਉਪਮਾ ਕੀਤੀ। ਉਹਨਾਂ ਨੇ ਸਵਈਆਂ ਦੇ ਵਿੱਚ ਗੁਰੂ ਨਾਨਕ ਦਾ ਜਸ ਕੀਤਾ। ਗੁਰੂ ਅੰਗਦ ਦੇਵ ਜੀ ਦੀ ਉਪਮਾ ਦੇ ਵਿੱਚ 10 ਸਵਈਆਂ ਵਿੱਚ ਗਾਈ ਤੇ ਗੁਰੂ ਅਮਰਦਾਸ ਜੀ ਦੇ ਗੁਣ 22 ਸਵਈਆਂ ਦੇ ਵਿੱਚ ਉਚਾਰ ਕੇ ਦਰਸਾਏ। ਗੁਰੂ ਰਾਮਦਾਸ ਜੀ ਪ੍ਰਤੀ 60 ਅਤੇ ਗੁਰੂ ਅਰਜਨ ਦੇਵ ਜੀ ਲਈ 21 ਸਵਈਏ ਉਚਾਰ ਮਨ ਆਦਰ ਪ੍ਰਗਟਾਇਆ। ਇਸ ਤਰ੍ਹਾਂ ਉਹਨਾਂ ਭੱਟਾਂ 122 ਸਵਈਏ ਉਚਾਰੇ। ਸੰਗਤ ਦੀ ਬੇਨਤੀ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਕਿਹੜਾ ਰਾਗ ਕਿਸ ਦਾ ਪੁੱਤਰ ਹੈ ਤੇ ਕੌਣ ਉਸ ਦੀ ਅਰਧਾਂਗਣੀ ਹੈ ਤੇ ਕਿਸ ਵੇਲੇ ਗਾਉਣਾ ਹੈ। ਸੋ ਕਿਰਪਾ ਕਰਕੇ ਲਿਖ ਜਾਓ। ਉਸ ਆਸ਼ੇ ਅਨੁਸਾਰ ਰਾਗ ਮਾਲਾ ਵੀ ਦਰਜ ਕੀਤੀ। ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਣ ਤੇ ਕੜਾਹ ਪ੍ਰਸ਼ਾਦ ਸੋ ਭਇਓ ਬੇਅੰਤਾ। ਸੰਗਤਾਂ ਵੀ ਹੁੰਮ ਹਮਾ ਕੇ ਦਰਸ਼ਨਾਂ ਨੂੰ ਆਈਆਂ। ਸਭ ਕਹਿ ਰਹੇ ਸਨ ਕਿ ਬੜੀ ਮਿਹਰ ਕਰਕੇ ਭਵ ਸਾਗਰ ਤੋਂ ਤਰਨ ਲਈ ਗੁਰੂ ਜੀ ਨੇ ਜਹਾਜ਼ ਬਣਾਇਆ ਹੈ। ਕਲਯੁਗ ਨੇ ਕਿਹਾ ਕਿ ਹੁਣ ਉਹ ਕਿੱਥੇ ਜਾਵੇ, ਤਾਂ ਗੁਰੂ ਜੀ ਨੇ ਕਿਹਾ, ਜਦ ਸੰਗਤਾਂ ਇਕਾਗਰ ਚਿਤ ਬੈਠੀਆਂ ਹੋਣ ਤਾਂ ਅੰਦਰ ਨਾ ਝਾਕੀ। ਨਿਰਵਿਕਲਪੇ ਜਾਹੇ ਸੰਗਤ ਹੋਵੇ, ਤਾਂ ਮੈਂ ਤੁਮ ਨਹੀਂ ਨੈਣਨ ਜੋ ਹੈ। ਹਾਂ, ਜਦ ਕੜਾਹ ਪ੍ਰਸ਼ਾਦ ਵਰਤੇਗਾ, ਛਿਨ ਤਹ ਛਿਨ ਤੁਮ ਵੀ ਦਰਸ਼ਨ ਪਾਵੇ। ਅਤੇ ਇਹ ਵੀ ਕਾਰਨ ਹੈ ਕਿ ਹੁਣ ਵੀ ਕੜਾਹ ਵਰਤੇ ਗੋਂਗ ਪੜ ਜਾਵੇ। ਪਰ ਜਿਨ੍ਹਾਂ ਇਕਾਗਰ ਚਿੱਤਤਾ ਦੇ ਨਾਲ ਦ੍ਰਿੜ ਕਰ ਲਈ ਹੁੰਦੀ ਹੈ, ਉਹਨਾਂ ਉੱਤੇ ਬਾਹਰਲਾ ਕੋਈ ਪ੍ਰਭਾਵ ਨਹੀਂ ਡੁਲਾ ਸਕਦਾ। ਆਮ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਹੈ ਤੇ ਉਦੋਂ ਜਿਹੜਾ ਕਾਲ ਜਿਹੜਾ ਹੈ ਪਲ ਦੀ ਪਲ ਉੱਥੇ ਪਹੁੰਚ ਜਾਂਦਾ ਹੈ। ਬੀੜ
ਬੀੜ ਦੀ ਤਿਆਰੀ ਹੋ ਜਾਣ ਤੇ ਗੁਰੂ ਅਰਜਨ ਜੀ ਨੇ ਭਾਈ ਬੰਨੂ, ਜੋ ਕਿ ਗੁਰੂ ਜੀ ਦਾ ਅਤੀ ਭਰੋਸੇ ਵਾਲਾ ਸਿੱਖ ਸੀ, ਨੂੰ ਕਿਹਾ, ਲਾਹੌਰੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਲਦ ਬਣਵਾ ਕੇ ਲੈ ਆਓ। ਇਤਨਾ ਗੁਰੂ ਜੀ ਦੇ ਨੇੜੇ ਸੀ ਕਿ ਉਸਨੇ ਇੱਛਾ ਪ੍ਰਗਟਾਈ ਕਿ ਆਗਿਆ ਬਖਸ਼ੋ ਤਾਂ ਬੀੜ ਦੇ ਦਰਸ਼ਨ ਸੰਗਤਾਂ ਨੂੰ ਮੈਂ ਮਾਂਗਟ ਕਰਵਾ ਲਿਆਵਾਂ। ਗੁਰੂ ਜੀ ਨੇ ਕੋਈ ਉਜਰ ਨਾ ਕੀਤਾ, ਪਰ ਹਦਾਇਤ ਕੀਤੀ ਕਿ ਇੱਕ ਰਾਤ ਤੋਂ ਵੱਧ ਮਾਂਗਟ ਨਹੀਂ ਰਹਿਣਾ, ਕਿਉਂਕਿ ਤੁਰਕਾਂ ਦਾ ਰਾਜ ਹੈ। ਭਾਈ ਸਾਹਿਬ ਨੇ ਇਹ ਵਿਚਾਰ ਕਿ ਬੀੜ ਦਾ ਪ੍ਰਕਾਸ਼ ਹੋ ਜਾਣਾ ਹੈ, ਸੋ ਇਸ ਦਾ ਅਤਾਰਾ ਕਰ ਲਈਏ। ਉਹਨਾਂ ਨੇ ਕਈ ਲਖਾਰੀ ਬਿਠਾ ਕੇ ਅਤਾਰਾ ਕਰਾ ਕੇ ਦੋਵੇਂ ਹੀ ਜਲਦਾਂ ਕਰਵਾ ਦਿੱਤੀਆਂ। ਇੱਕ ਦੀ ਥਾਂ ਦੋ ਬੀੜਾਂ ਦੇਖ ਕੇ ਮਹਾਰਾਜ ਨੇ ਕਿਹਾ, ਇੱਕ ਭਾਈ ਗੁਰਦਾਸ ਜੀ ਵਾਲੀ ਤੇ ਦੂਜੀ ਭਾਈ ਬੰਨੋ ਵਾਲੀ ਪ੍ਰਸਿੱਧ ਹੋਵੇਗੀ। ਭਾਈ ਗੁਰਦਾਸ ਜੀ ਦੀ ਬੀੜ ਤੇ ਸੰਮਤ 1661 ਤੇ ਭਾਦੋਂ ਸੁਦੀ ਏਕਮ ਲਿਖ ਦਿੱਤਾ। ਗੁਰੂ ਅਰਜਨ ਜੀ ਨੇ ਇਹ ਆਗਿਆ ਵੀ ਕੀਤੀ ਕਿ ਗੁਰੂ ਸਮਾਨ ਹੀ ਗੁਰੂ ਗ੍ਰੰਥ ਸਾਹਿਬ ਹੈ, ਭੇਦ ਨਹੀਂ ਜਾਣਨਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਬਾਣੀ ਨਹੀਂ ਰਚਣੀ, ਦੀਨ ਹੇਤ ਜਿਨ੍ਹਾਂ ਸੀਸ ਦੇਣਾ ਹੈ, ਉਹਨਾਂ ਦੇ ਮੁਖ ਵਿੱਚੋਂ ਨਿਕਲੀ ਬਾਣੀ ਇਸ ਵਿੱਚ ਚਾੜਨੀ। ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਦਾ ਰੂਪ ਹੈ। ਇਹ ਬਚਨ ਪਿੱਛੋਂ ਕਲਗੀ ਵਾਲੇ ਨੇ ਕਹੇ ਸਨ, ਗੁਰ ਦਰਸ ਜੈ ਦੇਖਣਾ, ਸ੍ਰੀ ਗ੍ਰੰਥ ਦਰਸਾਏ, ਬਾਤ ਕਰਨ ਗੁਰ ਸੇਚ ਹੈ, ਪੜ੍ਹੇ ਗ੍ਰੰਥ ਮਨ ਲਾਏ। ਗੁਰੂ ਅਰਜਨ ਜੀ ਨੇ ਜੁੜੀਆਂ ਹੋਈਆਂ ਸੰਗਤਾਂ ਤੋਂ, ਖਾਸ ਕਰਕੇ ਬਾਬਾ ਬੁੱਢਾ ਜੀ ਤੋਂ ਪੁੱਛਿਆ ਕਿ ਉਹਨਾਂ ਦੀ ਨਜ਼ਰ ਵਿੱਚ ਪ੍ਰਕਾਸ਼ ਲਈ ਸਹੀ ਅਸਥਾਨ ਕਿਹੜਾ ਹੈ। ਤਾਂ ਬਾਬਾ ਬੁੱਢਾ ਜੀ ਨੇ ਕਿਹਾ, ਤੁਸੀਂ ਸਭ ਜਾਣਦੇ ਹੋ, ਪਰ ਸਾਡੀ ਤੁਸ਼ ਵਿਚਾਰ ਵਿੱਚ ਗੁਰੂ ਗ੍ਰੰਥ ਸਾਹਿਬ ਲਈ ਜੱਚਦਾ ਹਰਿਮੰਦਰ ਸਾਹਿਬ ਹੀ ਹੈ। ਸ੍ਰੀ ਗ੍ਰੰਥ ਲਾਇਕ ਦਰਬਾਰਾ, ਔਰ ਅਸਥਾਨ ਨਾ ਕੋਈ ਮੁਰਾਰਾ। ਅਧਿਆਏ 5ਵਾਂ। ਇਹ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ, ਜਿਵੇਂ ਦੂਜ ਦਾ ਚੰਨ ਚੜ੍ਹ ਗਿਆ ਹੋਵੇ। ਫਿਰ ਦਰਬਾਰ ਸਾਹਿਬ ਦੀ ਉਪਮਾ ਦੇ ਵਿੱਚ ਬਚਨ ਉਚਾਰਦੇ ਕਿਹਾ ਕਿ ਇਸ ਦੇ ਬਰਾਬਰ ਦਾ ਤਰਲੋਕੀ ਵਿੱਚ ਕੋਈ ਥਾਂ ਨਹੀਂ। ਦਰਬਾਰ ਸਾਹਿਬ ਬਣਾਇਆ ਹੀ ਜਹਾਜ਼ ਨਿਆਈ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਲਾਹ ਦੇ ਨਿਆਈ ਹਨ। ਜੋ ਸ਼ਰਧਾ ਧਾਰ ਚੜ੍ਹੇਗਾ, ਉਹ ਨਾ ਤਰੇ ਜਾਣ ਵਾਲੇ ਇਸ ਸੰਸਾਰ ਤੋਂ ਤਰ ਜਾਵੇਗਾ। ਸ੍ਰੀ ਦਰਬਾਰ ਸਾਹਿਬ ਕੀ ਉਪਮ ਉਚਾਰੀ, ਇਹ ਸਮ ਨਹੀਂ ਤਰਲੋਕੀ ਸਾਰੀ। ਸਮ ਜਹਾਜ ਬਨ ਹੈ ਦਰਬਾਰਾ, ਤਰੇ ਜੀਵ ਭਵ ਸਿੰਧ ਅਪਾਰਾ। 8 ਤੀਰਥ ਵੱਲੋਂ ਦੁੱਖ ਭੰਜਨੀ ਦੀ ਬਾਹੀ ਪਾਸੋਂ ਜਰਾ ਗੌਰ ਦੇ ਨਾਲ ਤੱਕੀਏ ਤਾਂ ਦਰਬਾਰ ਸਾਹਿਬ ਜਹਾਜ਼ ਨਿਆਈ ਹੀ ਲੱਗਦਾ ਹੈ। ਇੱਥੋਂ ਰੋਜ਼ ਦੀ ਬਾਣੀ ਰਾਹੀਂ ਨਵਾਂ ਰਸ ਬਿਖੇਰਿਆ ਜਾਵੇਗਾ। ਉਤਸ਼ਾਹ ਕਦੇ ਮੱਠਾ ਨਹੀਂ ਪੈਣ ਲੱਗਾ। ਸੁਣਿਆ ਤੇ ਦਰਸ਼ਨ ਕੀਤਿਆਂ ਸਭ ਪਾਪ ਕੱਟ ਜਾਣਗੇ। ਨਿਤ ਨੂਤਨ ਮੰਗਲ ਇਹਾਂ ਹੋਵੇ, ਇਹ ਦਰਸ਼ਨ ਅਗ ਸਗਲੇ ਖੋਵੇ। ਇਹ ਵੀ ਕਿਹਾ ਕਿ ਭਾਲਕ ਅੰਮ੍ਰਿਤ ਵੇਲੇ ਚੱਲ ਕੇ ਪ੍ਰਕਾਸ਼ ਕਰਾਂਗੇ। ਸਾਰੇ ਹੀ ਭੁੰਜੇ ਸੁੱਤੇ ਗੁਰੂ ਗ੍ਰੰਥ ਸਾਹਿਬ ਮੰਜੀ ਤੇ ਸਨ। ਭੂਮ ਸੈਨ ਸਭ ਤਹਾਂ ਬਿਰਾਜੇ, ਗੁਰੂ ਗ੍ਰੰਥ ਮੰਜੀ ਪਰ ਰਾਜੈ। ਸਾਰੀਆਂ ਸੰਗਤਾਂ ਸੌਂ ਗਈਆਂ, ਪਰ ਮਹਾਰਾਜ ਨੂੰ ਇਸ ਸੋਚ ਨੇ ਗ੍ਰਸਿਆ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਿਸ ਨੂੰ ਸੌਂਪੀ ਜਾਵੇ। ਮਹਾਰਾਜ ਨੇ ਦਿਨ ਚੜ੍ਹਦੇ ਇਹ ਨਿਰਣਾ ਲਿਆ ਕਿ ਨਿਰੋਲ ਬਾਬਾ ਬੁੱਢਾ ਜੀ ਹੀ ਸੇਵਾ ਕਰਨ ਦੇ ਪੂਰਨ ਯੋਗ ਹਨ। ਕਰਤ ਵਿਚਾਰ ਇਹ ਠਹਿਰਾਈ, ਬੁੱਢਾ ਜੀ ਸੇਵਾ ਲਿਪਟਾਈ। ਬਾਬਾ ਬੁੱਢਾ ਜੀ ਹੀ ਇੱਕ ਅਜਿਹੇ ਹਨ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹਨ ਤੇ ਸਦਾ ਸੇਵਾ ਵਿੱਚ ਜੁਟੇ ਰਹਿੰਦੇ ਨੇ। ਸੋ ਸਵੇਰੇ ਹੀ ਗੁਰ ਨਾਨਕ ਦਰਸ਼ਨ ਕਰੇ, ਸੇਵਾ ਮੈਂ ਅਤ ਹਿਤ ਧਰੇ। ਬੁੱਢੇ ਕੋ ਸ੍ਰੀ ਗੁਰੂ ਕਹਾ, ਸੀਸ ਆਪਣੇ ਧਾਰ। ਗੁਰੂ ਗ੍ਰੰਥ ਜੀ ਪ੍ਰੇਮ ਸੋ, ਮਨ ਮੈਂ ਸਤ ਵਿਚਾਰ। ਅਧਿਆਏ 5ਵਾਂ। ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਤੇ ਰੱਖ ਲਿਆ। ਸ੍ਰੀ ਗੁਰੂ ਜੀ ਨੇ ਚੌਰ ਆਪਣੇ ਹੱਥ ਲੈ ਲਈ। ਗੁਰੂ ਹਰਗੋਬਿੰਦ ਜੀ ਨਾਲ ਜਾ ਰਹੇ ਸਨ। ਦਰਬਾਰ ਸਾਹਿਬ ਪਹੁੰਚ ਕੇ
ਗੁਰੂ ਜੀ ਨੇ ਕਿਹਾ, ਬੁੱਢਾ ਸਾਹਿਬ ਖੋਲੋ ਅਬ ਗ੍ਰੰਥ, ਲੇਹ ਆਵਾਜ਼ ਸੁਣੇ ਸਭ ਪੰਥ। ਅਦਬ ਸਹਿਤ ਬੁੱਢਾ ਤਬ ਖੋਲਾ, ਲੈ ਆਵਾਜ਼ ਬੁੱਢਾ ਇਮ ਬੋਲਾ, ਸੰਤਾਂ ਕੇ ਕਾਰਜ ਆਪ ਖਲਵਾ, ਹਰ ਕੰਮ ਕਰਾਵਣ ਆਇਆ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਚੌਰ ਕਰ ਰਹੇ ਸਨ। ਵਾਹਿਗੁਰੂ ਨੇ ਆਪੋਂ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਨਕਸ਼ਾ ਉਲੀਕ ਕੇ ਸਮਝਾਇਆ ਸੀ। ਪ੍ਰਭੂ ਨੇ ਇਹ ਵੀ ਕਿਹਾ ਸੀ ਕਿ ਇੱਥੇ ਹਰ ਵੇਲੇ ਰਿੱਧੀ ਸਿੱਧੀ ਦਾ ਮੀਂਹ ਵਰਦਾ ਰਹੇਗਾ। ਇਹ ਮੰਦਰ ਮਮ ਰੂਪ ਹੈ, ਹਰ ਮੰਦਰ ਇਹ ਨਾਮ ਰਿੱਧ ਸਿੱਧ ਇਹ ਠਾਂ ਰਹੇ, ਨਿਸ ਦਿਨ ਆਠੋ ਜਾਮ। ਵਾਹਿਗੁਰੂ ਨੇ ਗੁਰੂ ਅਰਜਨ ਦੇਵ ਜੀ ਨੂੰ ਇਹ ਵੀ ਕਿਹਾ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰਾਤ ਵਿਸਰਾਮ ਕਰਾਉਣਾ ਹੈ, ਉੱਥੇ ਹੀ ਆਪ ਦਾ ਸਪੁੱਤਰ ਇਸ ਪਾਸ ਹੀ ਮੇਰਾ ਤਖਤ ਅਕਾਲ ਤਖਤ ਰਚੇਗਾ। ਦੋਹਰਾ, ਨਿਸ ਦਿਨ ਤੁਮ ਇਹ ਠਾਂ ਰਹੋ, ਸਨਮੁਖ ਮੋਹੇ ਸਹਾਏ, ਤੁਮਰੋ ਸੁਤ ਤੁਮ ਨਿਕਟ ਹੀ, ਮੇਰੋ ਤਖਤ ਬਣਾਏ। ਹਰ ਵਕਤ ਮੈਂ ਸ੍ਰੀ ਦਰਬਾਰ ਸਾਹਿਬ ਕੀਰਤਨ ਰੂਪ ਵਿੱਚ ਬੈਠਾ ਰਵਾਂਗਾ। ਨਿਸ ਦਿਨ ਹਉ ਠਾਂ ਰਹੂੰ, ਹਰ ਮੰਦਰ ਸੁਖ ਧਾਰ, ਕਥਾ ਕੀਰਤਨ ਆਧਾਰ, ਕਲ ਹੋਏ ਹੈ ਅਪਰ ਅਪਾਰ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਨਿੱਤ ਦੀ ਮਰਜ਼ਾਦਾ ਵੀ ਬੰਨ੍ਹ ਦਿੱਤੀ। ਆਪ ਜੀ ਨੇ ਫਰਮਾਇਆ ਕਿ ਜਦ ਵੀੜ ਕੋਠਾ ਸਾਹਿਬ ਬਿਰਾਜਮਾਨ ਹੋ ਜਾਏ ਤਾਂ ਪਿੱਛੋਂ ਦਰਬਾਰ ਸਾਹਿਬ ਦਾ ਸੌਂਚ ਇਸ਼ਨਾਨ ਕਰਾ ਦੇਣਾ, ਸਵੱਛ ਨਵੇਂ ਬਿਸਤਰ ਵਿਛਾਉਣੇ, ਜੋਤ ਜਗਾਈ ਰੱਖਣੀ। ਇੱਕ ਪਹਿਰ ਦਿਨ ਰਹਿ ਜਾਵੇ ਤਾਂ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰਨਾ। ਏਕ ਜਾਮ ਨਿਸ ਜਬ ਰਹਿ ਜਾਏ, ਰਾਗੀ ਆਏ ਬਾਰ ਇਹਾਂ ਗਾਏ। ਜਦ 2 ਘੜੀਆਂ ਦਿਨ ਚੜ੍ਹਨ ਨੂੰ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ। ਜੁਗਲ ਘੜੀ ਜਬ ਨਿਸ ਰਹਿ ਜਾਵੇ, ਗੁਰੂ ਗ੍ਰੰਥ ਜੀ ਪੁਨ ਹਿਆਂ ਆਵੇ। ਫਿਰ ਵਾਕ ਲੈ ਕੇ ਜਪ ਜੀ ਦਾ ਪਾਠ ਕਰਨਾ ਤੇ ਸ਼ਬਦ ਹਜ਼ਾਰੇ ਵੀ ਪੜ੍ਹਨੇ। ਸਾਰਾ ਦਿਨ ਕੀਰਤਨ ਹੀ ਹੋਵੇ, ਸਾਰੋ ਦਿਵਸ ਸੋ ਕੀਰਤਨ ਹੋਵੇ। ਜਦ ਰਾਤ ਇੱਕ ਪਹਿਰ ਗੁਜ਼ਰ ਜਾਏ ਤਾਂ ਕਾਨੜਾ ਦੀ ਵਾਰ ਦਾ ਕੀਰਤਨ ਹੋਵੇ ਤੇ ਪਿੱਛੋਂ ਕੀਰਤਨ ਸੋਹਲਾ ਪੜ੍ਹ ਅਦਬ ਸਾਹਿਤ ਕੋਠਾ ਸਾਹਿਬ ਸੁਖਾਸਨ ਕਰ ਦੇਣਾ। ਰਾਤ ਨੂੰ ਕਿੱਥੇ ਗੁਰੂ ਗ੍ਰੰਥ ਸਾਹਿਬ ਦਾ ਟਿਕਾਣਾ ਕਰਨਾ ਹੈ। ਜਦ ਬਾਬਾ ਬੁੱਢਾ ਜੀ ਨੇ ਪੁੱਛਿਆ ਤੇ ਮਹਾਰਾਜ ਨੇ ਫਰਮਾਇਆ, ਉਸ ਕੋਠੀ ਵਿੱਚ ਜਿੱਥੇ ਉਹ ਬਿਰਾਜਦੇ ਸਨ, ਮੇਰਾ ਆਸਣ ਜ਼ਮੀਨ ਤੇ ਲਗਾ ਦੇਣਾ। ਭੂਮ ਸੈਨ ਨਿਤ ਪ੍ਰਤ ਕਰੈ, ਗੁਰੂ ਗ੍ਰੰਥ ਕੇ ਪਾਸ, ਗੁਰੂ ਗ੍ਰੰਥ ਭਗਵੰਤ ਸਮ, ਜਾਣੈ ਕਰ ਅਰਦਾਸ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਕਿਉਂਕਿ ਇਸ ਤੋਂ ਅੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਆਨੰਦ ਕਾਰਜ ਉਹਦੇ ਬਾਰੇ ਜਿਹੜਾ ਪ੍ਰਸੰਗ ਉਹ ਸ਼ੁਰੂ ਹੁੰਦਾ ਹੈ। ਤੇ ਆਪਾਂ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਵਿਚਾਰਾਂ ਨੇ ਉਹਨਾਂ ਨੂੰ ਅੱਗੇ ਵਧਾਵਾਂਗੇ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਈ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਭਈ ਪਰਾਪਤ ਮਾਨੁਖ ਦੇਹੁਲੀਆ,
ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ 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 ਅਵਰ ਕਾਜ ਤੇਰੇ ਕਿਤੇ ਨਾ ਕਾਮ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਅਜ ਕੇਵਲ ਨਾਮ ਮਿਲ ਸਾਧ ਸੰਗਤ ਅਜ ਕੇਵਲ ਨਾਮ ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ सरंजाम लग अब जल तरन कै सरंजाम लग अब जल तरन कै जन्म मिलता जात रंग माया कै जप ताप संजम धर्म न कमाया जप ताप संजम धर्म न कमाया सेवा साध न जान्या हराया सेवा साध न जान्या हराया भई परापत मानुख दे हुरिया भई परापत मानुख दे हुरिया गोबिंद मिलन की ਇਹ ਤੇਰੀ ਬਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕਹੋ ਨਾਨਕ ਹਮ ਨੀਚ ਕਰਮਾ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਭਈ ਪਰਾਪਤ ਮਾਨੁਖ ਦੇ ਹੁਰੀਆ ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
ਗੋਬਿੰਦ ਮਿਲਨ ਕੀ ਇਹ ਤੇਰੀ ਬੜੀਆ। ਹਾਂਜੀ, ਇਹ ਸਨ ਭਾਈ ਇੰਦਰਜੀਤ ਸਿੰਘ ਜੀ USA ਵਾਲੇ, ਜਿਨ੍ਹਾਂ ਦੇ ਜਥੇ ਦੇ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਵਿਚਾਰਾਂ ਨੂੰ ਅੱਗੇ ਵਧਾਉਂਦੇ ਹਾਂ। ਲਿਖਿਆ ਹੈ ਕਿ ਚੰਦੂ ਦੇ ਪੁਰੋਹਿਤ ਉਸ ਦੀ ਲੜਕੀ ਲਈ ਰਿਸ਼ਤਾ ਢੂੰਡਦੇ ਪਏ ਸਨ, ਪਰ ਕਿਧਰੇ ਵੀ ਵਰ ਘਰ ਸੁੰਦਰ ਦ੍ਰਿਸ਼ਟ ਨਾ ਆਵੇ। ਇਕੱਠੀ ਬਾਤ ਕਹੀ ਨਾ ਦਿਖਾਵੇ। ਜਦ ਪੁਰੋਹਿਤ ਅੰਮ੍ਰਿਤਸਰ ਆਏ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇਖ ਕੇ ਦੰਗ ਰਹਿ ਗਏ। ਗੁਰੂ ਹਰਗੋਬਿੰਦ ਜੀ ਦਾ ਚੰਗਾ ਕੱਦ ਕਾਠ ਸੀ। ਪੁਰੋਹਿਤ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਕੇ ਗੁਰੂ ਹਰਗੋਬਿੰਦ ਜੀ ਦੇ ਨਾਲ ਚੰਦੂ ਦੀ ਲੜਕੀ ਦਾ ਰਿਸ਼ਤਾ ਪੱਕਾ ਕਰਕੇ ਚਲੇ ਗਏ ਤੇ ਚੰਦੂ ਨੂੰ ਜਾ ਕੇ ਕਿਹਾ ਕਿ ਐਸਾ ਵਰ ਲੱਭਾ ਹੈ ਜਿਸ ਦੇ ਟਾਕਰੇ ਤਰਲੋਕੀ ਵਿੱਚ ਕੋਈ ਨਹੀਂ। ਚੰਦੂ ਕਿਉਂਕਿ ਦੀਵਾਨ ਸੀ ਰਾਜੇ ਦਾ, ਹੰਕਾਰ ਦੇ ਵਿੱਚ ਬਚਨ ਬੋਲਦੇ ਕਿਹਾ, ਤੁਸੀਂ ਚੰਗਾ ਨਹੀਂ ਕੀਤਾ। ਚੁਬਾਰੇ ਦੀ ਇੱਟ ਮੋਰੀ ਨੂੰ ਲਗਾ ਆਏ ਹੋ। ਉਹਨਾਂ ਦਾ ਨਾ ਕੋਈ ਮੁਲਕ ਹੈ ਨਾ ਕੋਈ ਰਾਜ। ਤੁਸੀਂ ਭੇਟਾਂ ਚੜ੍ਹਦੀਆਂ ਦੇਖ ਕੇ ਭਰਮ ਗਏ, ਪਰ ਜੋ ਕਰ ਆਏ ਹੋ ਉਸ ਨੂੰ ਉਲਟਣਾ ਹੁਣ ਠੀਕ ਨਹੀਂ। ਦਿੱਲੀ ਦੀ ਸੰਗਤ ਨੂੰ ਇਹ ਕੋਝੇ ਸ਼ਬਦ ਬੋਲੇ ਜਾਣ ਦੀ ਖਬਰ ਹੋਈ ਤਾਂ ਉਹਨਾਂ ਨੇ ਬੜਾ ਰੋਸ ਮਨਾਇਆ ਤੇ ਗੁਰੂ ਜੀ ਨੂੰ ਚਿੱਠੀ ਲਿਖੀ ਕਿ ਇਹ ਰਿਸ਼ਤਾ ਕਬੂਲ ਨਹੀਂ ਕਰਨਾ। ਚਿੱਠੀ ਦੇ ਸ਼ਬਦ ਸਨ, ਇਹ ਚੰਦੂ ਪਾਪੀ ਵੱਡ ਮਾਨਾ, ਤੁਮ ਕੋ ਮੋਰੀ ਇੱਟ ਬਖਾਨਾ। ਆਪ ਚੁਬਾਰੇ ਇੱਟ ਜਨਾਇਓ, ਗੁਰ ਨਿੰਦਕ ਇਹ ਹਮੇ ਲਖਾਇਓ। महाराज हम भाखे बहना, इस पापी का साक न लेना। संगत को यह दान सो दीजै, इस पापी सो मेल ना कीजै। संगतां ने एक दूत हथ चिट्ठी भेजी। सगाई होण ही लगी सी कि दिल्ली तो आया दूत बेनती करके गुरु जी नूं एक पासे लै गया ते दिल्ली दी संगत दी चिट्ठी ਨਿਮਰਤਾ ਦੇ ਨਾਲ ਦਿੱਤੀ। ਮਹਾਰਾਜ ਨੇ ਚਿੱਠੀ ਪੜ੍ਹ ਸ਼ਗਨ ਲਿਆਉਣ ਵਾਲਿਆਂ ਨੂੰ ਕਿਹਾ, ਸਗਾਈ ਨਹੀਂ ਇਹ ਜੋਗ ਹਮਾਰੇ, ਚੁਬਾਰੇ ਕੀ ਇੱਟ ਚਾਹੀਏ ਚੁਬਾਰੇ। ਹਮ ਮੋਰੀ ਮਿਲ ਜਾਹੀਂ, ਚੁਬਾਰੇ ਸੋ ਹਮ ਸਮਸਰ ਨਾਹੀਂ। ਗੁਰੂ ਗ੍ਰਹਿ ਮਾਨ ਨਿਮਾਨੇ ਦੇਵੈ, ਮਾਨੀ ਬਹੁਤ ਸਜਾਏ ਸੋ ਲੇਵੈ। ਅਧਿਆਇ 5ਵਾਂ। ਉਸ ਸਮੇਂ ਹੀ ਡਰੋਲੀ ਦੇ ਭਾਈ ਨਾਰਾਇਣ ਦਾਸ ਨੇ ਆਪਣੀ ਬੱਚੀ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੰਗ ਲਿਆ। ਉਸ ਸਮੇਂ ਹੀ ਕੜਮਾਈ ਦੀ ਰਸਮ ਹੋ ਗਈ। ਉਸ ਵੇਲੇ ਇੱਕ ਹੋਰ ਭਾਈ ਹਰੀ ਚੰਦ ਨੇ ਆਪਣੀ ਲੜਕੀ ਦਾ ਰਿਸ਼ਤਾ ਅਪਣਾਉਣ ਲਈ ਬੇਨਤੀ ਕੀਤੀ। ਗੁਰੂ ਹਰਗੋਬਿੰਦ ਜੀ ਦਾ ਉਸ ਸਮੇਂ ਰੂਪ ਦੇਖ ਕੇ ਚਿੱਤ ਰੱਜਦਾ ਹੀ ਨਹੀਂ ਸੀ। ਚੰਦੂ ਨੇ ਬੜਾ ਯਤਨ ਕੀਤਾ, ਇੱਥੋਂ ਤੱਕ ਕਿਹਾ ਕਿ ਮੈਂ ਸ਼ਾਹੀ ਦੀਵਾਨ ਹਾਂ, ਸਾਡੇ ਗੋਚਰੇ ਲੱਖ ਕੰਮ ਪੈਣੇ ਨੇ। ਮੰਨ ਜਾਣ ਤਾਂ ਠੀਕ ਹੈ, ਨਹੀਂ ਤਾਂ ਮੌਤ ਨੂੰ ਨੇੜੇ ਸਮਝਣ। ਕਈ ਕਾਜ ਅਧੀਨ ਹਮ ਪਾਤਸ਼ਾਹੀ ਦੀਵਾਨ, ਮਾਨੋ ਤੋ ਸੁਖ ਪਾਏ ਹੋ, ਨਹਿ ਤੋ ਮਿਰਤ ਪਛਾਨ। ਅਧਿਆਇ 5ਵਾਂ। ਮਹਾਰਾਜ ਨੇ ਮੋੜਵਾ ਜਵਾਬ ਦਿੱਤਾ ਕਿ ਚੰਦੂ ਨੂੰ ਕਹਿ ਦਿਓ ਕਿ ਸਮੇਰ ਪਰਬਤ ਜਾਂ ਧਰੂ ਤਾਰਾ ਆਪਣੀ ਥਾਂ ਤੋਂ ਹਿਲ ਜਾਏ, ਪਰ ਸਿੱਖਾਂ ਦਾ ਆਖਿਆ ਟਾਲਣਾ ਨਹੀਂ। ਅਸੀਂ ਸਿੱਖਾਂ ਦੇ ਪਿਆਰ ਦੇ ਬੱਝੇ ਹੋਏ ਹਾਂ। ਹਮ ਅਧੀਨ ਸਿੱਖਨ ਉਰ ਧਾਰੋ, ਸਿੱਖ ਬਚਨ ਕਹਿ ਸਾਕ ਨਾ ਲੀਜੈ। ਹੋਣੀ ਹੋਏ ਅਬਹਿ ਨਹੀਂ ਕੀਜੈ, ਚਲੈ ਸਮੇਰ ਸੋ ਧੁਰਹੂ ਚੁਲਾਵੈ। ਗੁਰ ਸਿੱਖ ਬੈਨ ਕਵੀ ਨਾ ਹਟਾਵੈ। ਨਗਰ ਭੂਮ ਨਹਿ ਚਾਹ ਹਮਾਰੀ, ਗਰਬੀ ਖਪੈ ਆਪ ਸ਼ਰਮ ਧਾਰੀ। ਸਤਿਗੁਰੂ ਜੀ ਨੇ ਗੁਰੂ ਹਰਗੋਬਿੰਦ ਜੀ ਦੇ ਵਿਆਹ ਦੇ ਪੂਰੇ ਚਾਅ ਮਲਾਰ ਕੀਤੇ। ਬਾਬਾ ਪਿਰਥੀ ਚੰਦ ਜੀ ਨੂੰ ਵੀ ਨਿਉਂਤਾ ਭੇਜਿਆ ਤੇ ਕਿਹਾ ਕਿ ਜਿਵੇਂ ਆਪ ਜੀ ਦਾ ਮਿਹਰਬਾਨ ਬੇਟਾ ਹੈ, ਤਿਵੇਂ ਹੀ ਹਰਗੋਬਿੰਦ। ਮਿਹਰਬਾਨ ਤੁਮਾਰਾ ਸੁਤ ਜੈਸੇ, ਹਰ ਗੋਬਿੰਦ ਕੋ ਜਾਨੋ ਤੈਸੇ। ਹੁਣ ਗੁੱਸਾ ਛੱਡ ਦਿਓ,
ਕਿਉਂਕਿ ਮਰਨੇ ਪਰਨੇ ਗੁੱਸੇ ਦੇ ਵਿੱਚ ਨਹੀਂ ਲਿਆਈਦੇ। ਆਗੇ ਪਾਛੇ ਰਿਸ ਉਪਜੈ ਜੋ, ਮਰਨੇ ਪਰਨੇ ਮਿਲ ਬੈਠੇ ਤੋਂ। ਪਿਰਥੀ ਚੰਦ ਨੇ ਭਾਜੀ ਲੈਣ ਤੋਂ ਵੀ ਇਨਕਾਰ ਕੀਤਾ ਤੇ ਕਿਹਾ, ਕਾਹਦਾ ਰਿਸ਼ਤਾ ਰਹਿ ਗਿਆ ਹੈ। ਹੋਰ ਵੀ ਕੌੜੇ ਬਚਨ ਬੋਲੇ। ਬਰਾਤ ਖਡੂਰ ਸਾਹਿਬ ਤੋਂ ਗੋਇੰਦਵਾਲ ਪਹੁੰਚੀ। ਜਦ ਗੁਰੂ ਹਰਗੋਬਿੰਦ ਜੀ ਨੇ ਬਾਬਾ ਮੋਹਰੀ ਜੀ ਦੇ ਚਰਨਾਂ ਤੇ ਸਿਰ ਰੱਖਿਆ ਤਾਂ ਬਾਬਾ ਮੋਹਰੀ ਜੀ ਨੇ ਆਪਣੀ ਛਾਤੀ ਦੇ ਨਾਲ ਲਗਾ ਲਿਆ। ਗੁਰੂ ਹਰਗੋਬਿੰਦ ਜੀ ਨੂੰ ਛਾਤੀ ਨਾਲ ਲਗਾ ਮੋਹਰੀ ਜੀ ਇੰਜ ਖੁਸ਼ ਹੋਏ ਜਿਵੇਂ ਨਾਗ ਨੂੰ ਆਪਣੀ ਗੁਆਚੀ ਹੋਈ ਮਣੀ ਪ੍ਰਾਪਤ ਹੋ ਗਈ ਹੋਵੇ। ਮੋਹਰੀ ਨਿਜ ਉਰ ਸੀਨੋ ਲਾਈ, ਬਾਸਕ ਨਿਜ ਮਨ ਮਾਨੋ ਪਾਈ। ਗੋਇੰਦਵਾਲ ਤੋਂ ਸੁਲਤਾਨਪੁਰ ਬੇਰ ਸਾਹਿਬ ਆਏ। ਬਈ ਸੰਤ ਘਾਟ ਇਸ਼ਨਾਨ ਕੀਤਾ। ਹਟ ਸਾਹਿਬ ਦਰਸ਼ਨ ਨੂੰ ਗਏ। ਇੰਜ ਲੱਗਦਾ ਸੀ ਕਿ ਦੇਵਤਿਆਂ ਦੀ ਬਰਾਤ ਜਾ ਰਹੀ ਹੈ। ਮਾਨੋ ਪੱਠੀ ਦੇਵਨ ਕੋ ਪਾਤੀ, ਸ੍ਰੀ ਗੁਰੂ ਕੈ ਹੋਏ ਆਪ ਬਰਾਤੀ। ਨਾਰਾਇਣ ਦਾਸ ਜੀ ਨੇ ਬੜੇ ਚਾਅ ਦੇ ਨਾਲ ਕਾਰਜ ਕੀਤਾ। ਸੰਗਤ ਦੀ ਬੇਨਤੀ ਤੇ ਗੁਰੂ ਅਰਜਨ ਦੇਵ ਜੀ ਨੇ ਬਾਉਲੀ ਦਾ ਟੱਕ ਲਗਾਇਆ ਤਾਂ ਕਿ ਵਿਆਹ ਦੀ ਯਾਦ ਪਿੰਡ ਡਰੋਲੀ ਵਿੱਚ ਬਣੀ ਰਵੇ। ਦੇਖਦਿਆਂ ਹੀ ਬਾਉਲੀ ਉਸਰ ਗਈ। ਮਹਾਰਾਜ ਨੇ ਚੱਕ ਤੇ 5 ਇੱਟਾਂ ਵੀ ਹੱਥੀਂ ਰੱਖੀਆਂ। 5 ਇੰਟ ਤਹਿ ਨਿਜ ਕਰ ਲਾਏ। ਮਹਾਰਾਜ ਨੇ ਭਾਈ ਸਾਲੋ ਜੀ ਨੂੰ ਕਿਹਾ ਕਿ ਹੁਣ ਬਾਉਲੀ ਸੰਪੂਰਨ ਕਰਵਾ ਕੇ ਹੀ ਤੁਸੀਂ ਮੁੜਨਾ। ਧੰਨ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜੋ ਵਿਆਹ ਦੇ ਸਮੇਂ ਵੀ ਪਰਉਪਕਾਰ ਕਰਨਾ ਨਹੀਂ ਭੁੱਲਦੇ। ਗੁਰੂ ਹਰਗੋਬਿੰਦ ਜੀ ਤੇ ਮਾਤਾ ਦਮੋਦਰੀ ਜੀ ਦੀ ਜੋੜੀ ਦੀ ਚਾਲ ਚੱਲੀ ਨਹੀਂ ਸੀ ਜਾ ਰਹੀ। ਦੋਵੇਂ ਹੀ ਰੂਪ ਦੀਆਂ ਮੂਰਤਾਂ ਸਨ। ਜਦ ਮਾਤਾ ਦਮੋਦਰੀ ਜੀ ਨੂੰ ਵਿਦਾ ਕੀਤਾ ਤਾਂ ਭਾਵੇਂ ਹਰ ਇੱਕ ਦੀਆਂ ਅੱਖਾਂ ਨਮ ਸਨ, ਪਰ ਖੁਸ਼ੀ ਦਾ ਸਮਾਂ ਜਾਣ ਹੰਝੂ ਰੋਕੀ ਰੱਖੇ। ਮੰਗਲ ਜਾਨ ਦ੍ਰਿਗ ਨੀਰ ਹਟਾਏ। ਆਉਂਦੀ ਵਾਰ ਗੋਇੰਦਵਾਲ ਤੋਂ ਬਾਬਾ ਮੋਹਨ ਜੀ ਨੂੰ ਬੇਨਤੀ ਕਰਕੇ ਸ੍ਰੀ ਦਰਬਾਰ ਸਾਹਿਬ ਨਾਲ ਲੈ ਆਏ। ਬਾਬਾ ਮੋਹਨ ਜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਸ੍ਰੀ ਗੁਰੂ ਦਰਬਾਰ ਸਾਹਿਬ ਪ੍ਰਕਾਸ਼ ਤੇ ਦੀਦਾਰ ਕਰਕੇ ਬਹੁਤ ਹੀ ਪ੍ਰਸੰਨ ਹੋਏ ਤੇ ਕਿਹਾ, ਤੁਸਾਂ ਤੇ ਧਰਤੀ ਤੇ ਹੀ ਵੈਕੁੰਠ ਬਣਾ ਦਿੱਤਾ ਹੈ। ਇਹ ਤੋਂ ਤੁਮ ਵੈਕੁੰਠ ਹੀ ਠਹਿਓ। ਗੁਰੂ ਅਰਜਨ ਦੇਵ ਜੀ ਨੇ ਦੱਸਿਆ ਕਿ ਵਾਹਿਗੁਰੂ ਦੇ ਹੁਕਮ ਅਨੁਸਾਰ ਦਰਬਾਰ ਸਾਹਿਬ ਰਚਿਆ ਹੈ ਤੇ ਵਾਹਿਗੁਰੂ ਦੇ ਹੀ ਬਚਨ ਹਨ ਕਿ ਕੋਈ ਜੋ ਅੰਮ੍ਰਿਤ ਵੇਲੇ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੇ ਤੇ ਉਸ ਨੂੰ ਵਾਹਿਗੁਰੂ ਦੇ ਹੀ ਦੀਦਾਰ ਹੋਣਗੇ। ਪ੍ਰਾਂਤ ਦਰਬਾਰ ਗ੍ਰੰਥ ਗੁਰ ਆਵੇ, ਤਬ ਹਮਰਾ ਬਹ ਦਰਸ਼ਨ ਪਾਵੇ। ਅਧਿਆਇ 5ਵਾਂ। ਬਾਬਾ ਮੋਹਨ ਜੀ ਨੂੰ ਪੋਥੀਆਂ ਵੀ ਗੁਰੂ ਜੀ ਨੇ ਵਾਪਸ ਕਰ ਦਿੱਤੀਆਂ। ਉਸੇ ਤਰ੍ਹਾਂ ਪਾਲਕੀ ਦੇ ਵਿੱਚ ਧਰ ਆਦਰ ਸਹਿਤ ਗੋਇੰਦਵਾਲ ਸਾਹਿਬ ਪਹੁੰਚਾਈਆਂ ਗਈਆਂ। ਉਸ ਤੋਂ ਅੱਗੇ ਅਧਿਆਇ 6ਵਾਂ ਸ਼ੁਰੂ ਹੁੰਦਾ ਹੈ। ਆਓ ਉਸ ਤੋਂ ਪਹਿਲਾਂ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ। साधो मन का मान त्यागो, साधो मन का मान त्यागो। काम क्रोध संगत दुर्जन की, काम क्रोध संगत दुर्जन की। ताते अहनस पागो, साधो मन का मान त्यागो, साधो मन का मान त्यागो। सुख दुख दोनों समकार जाने, सुख दुख दोनों समकार जाने। और मान अपमान
ਹਰਖ ਸੋਗ ਤੇ ਰਹਿ ਤੀਤਾ ਹਰਖ ਸੋਗ ਤੇ ਰਹਿ ਤੀਤਾ ਤਿਨ ਜਾਗ ਤਤ ਪਛਾਨਾ ਤਿਨ ਜਾਗ ਤਤ ਪਛਾਨਾ ਕਾਮ ਕ੍ਰੋਧ ਸੰਗਤ ਦੁਰਜਨ ਕੀ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਹਨਸ ਭਾਗੋ ਸਾਧੋ ਮਨ ਕਾ ਮਾਨ ਤਿਆਗੋ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਹਨਸ ਭਾਗੋ ਸਾਧੋ ਮਨ ਕਾ ਮਾਨ ਤਿਆਗੋ ਸਾਧੋ ਮਨ ਕਾ ਮਾਨ ਤਿਆਗੋ ਉਸਤਤ ਨਿੰਦਾ ਤੋਂ ਤਿਆਗੈ ਉਸਤਤ ਨਿੰਦਾ ਤੋਂ ਤਿਆਗੈ ਖੋਜੈ ਪਦ ਨਿਰਵਾਣਾ ਖੋਜੈ ਪਦ ਨਿਰਵਾਣਾ ਜਨ ਨਾਨਕ ਇਹ ਖੇਲ ਕਠਨ ਹੈ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਕਿਨਹੂ ਗੁਰਮੁਖ ਜਾਨਾ ਕਾਮ ਕ੍ਰੋਧ ਸੰਗਤ ਦੁਰਜਨ ਕੀ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਹਨਸ ਭਾਗੋ ਸਾਧੋ ਮਨ ਕਾ ਮਾਨ ਤਿਆਗੋ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਹਨਸ ਭਾਗੋ ਸਾਧੋ ਮਨ ਕਾ ਮਾਨ ਤਿਆਗੋ ਸਾਧੋ ਮਨ ਕਾ ਮਾਨ ਤਿਆਗੋ ਉਸਤਤ ਨਿੰਦਾ ਤੋਂ ਤਿਆਗੈ ਉਸਤਤ ਨਿੰਦਾ ਤੋਂ ਤਿਆਗੈ ਖੋਜੈ ਪਦ ਨਿਰਵਾਣਾ ਖੋਜੈ ਪਦ ਨਿਰਵਾਣਾ ਜਨ ਨਾਨਕ ਇਹ ਖੇਲ ਕਠਨ ਹੈ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਕਿਨਹੂ ਗੁਰਮੁਖ ਜਾਨਾ
काम क्रोध संगत दुर्जन की, काम क्रोध संगत दुर्जन की, ताते अहनस पावो, साधो मन का मान त्यागो, साधो मन का मान त्यागो, साधो मन का, साधो मन का, साधो मन का मान त्यागो। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ 97.3 FM ਤੇ ਨਾਲ ਹੀ ਨਾਲ ਤੁਸੀਂ ਡੈਬ ਰੇਡੀਓ ਤੇ ਵੀ ਕੋਹਿਨੂਰ ਰੇਡੀਓ ਸੁਣ ਰਹੇ ਹੋ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਇੱਥੇ ਹੀ ਯਾਦ ਕਰਵਾ ਦਈਏ ਕਿ ਤੁਸੀਂ ਇਸ ਰੇਡੀਓ ਨੂੰ ਆਨਲਾਈਨ krfm.co.uk ਆਨਲਾਈਨ ਵੀ ਸੁਣ ਸਕਦੇ ਹੋ ਤੇ ਨਾਲ ਦੀ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਇਹ YouTube ਦੇ ਉੱਤੇ ਵੀ ਤੁਸੀਂ ਬਾਅਦ ਦੇ ਵਿੱਚ ਸੁਣ ਸਕਦੇ ਹੋ। ਸਿੱਖ ਵਿਰਸਾ ਪ੍ਰੋਗਰਾਮ ਕਰਕੇ ਤੁਸੀਂ ਸਰਚ ਕਰ ਸਕਦੇ ਹੋ। ਤੇ ਆਓ ਚੱਲਦੇ ਹਾਂ, ਜਿਹੜਾ ਹੈ ਅਗਲਾ ਅਧਿਆਏ ਉਹਨਾਂ ਨੇ ਲਿਖਿਆ ਹੈ 6ਵਾਂ ਅਧਿਆਏ, ਉਹਦੇ ਵਿੱਚੋਂ ਸਿੱਖਣ ਕੀ ਸਾਖ, ਭਾਵ ਕਿ ਸਿੱਖ ਜਿਹੜੇ ਸਨ ਉਹਨਾਂ ਦਾ ਜੀਵਨ ਪੱਧਰ, ਉਹਨਾਂ ਦਾ ਵਿਸ਼ਵਾਸ ਕਿੰਨਾ ਸੀ, ਉਹਦੇ ਬਾਰੇ ਜਿਹੜੇ ਕੁਝ ਕੁ ਵਿਚਾਰ ਨੇ ਲੇਖਕ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਗੁਰਬਿਲਾਸ ਪਾਤਸ਼ਾਹੀ 6ਵੇਂ ਅਧਿਆਏ ਨੂੰ ਆਧਾਰ ਬਣਾ ਕੇ। ਭਾਈ ਭਿਖਾਰੀ, ਇੱਕ ਗੁਰਮੁਖ ਨਾਮ ਦੇ ਸਿੱਖ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ ਆ ਕੇ ਬੇਨਤੀ ਕੀਤੀ ਕਿ ਉਸ ਨੂੰ ਐਸੇ ਸਿੱਖ ਦੇ ਦਰਸ਼ਨ ਕਰਵਾਓ ਜੋ ਸਨਮੁਖ ਹੋਵੇ ਤੇ ਭਾਣੇ ਦੇ ਵਿੱਚ ਰਾਜੀ ਰਹਿਣ ਵਾਲਾ ਹੋਵੇ। ਗੁਰੂ ਜੀ ਨੇ ਗੁਜਰਾਤ ਦੇ ਰਹਿਣ ਵਾਲੇ ਸਿੱਖ ਭਾਈ ਭਿਖਾਰੀ ਜੀ ਦਾ ਪਤਾ ਦਿੱਤਾ ਤੇ ਕਿਹਾ, ਪ੍ਰਭ ਭਾਣਾ ਤਹਿ ਮਨ ਵਸੈ, ਤੁਮ ਜੋ ਦਰਸ ਦਿਖਾਏ। ਜਦ ਭਾਈ ਗੁਰਮੁਖ ਗੁਜਰਾਤ ਪੁੱਜਿਆ ਤਾਂ ਦੇਖਦਾ ਹੈ ਕਿ ਭਾਈ ਜੀ ਦੇ ਘਰ ਵਿਆਹ ਹੈ, ਸਭ ਪਾਸੇ ਮੰਗਲ ਚਾਰ ਹੈ, ਪਰ ਭਾਈ ਜੀ ਪੁਰਾਣੀ ਦਰੀ ਨੂੰ ਗੰਢਾਂ ਮਾਰ ਰਹੇ ਨੇ। ਭਾਈ ਭਿਖਾਰੀ ਜੀ ਨੇ ਆਏ ਸਿੱਖ ਦਾ ਬੜਾ ਆਦਰ ਕੀਤਾ। ਘਰ ਵਿੱਚ ਜਿੱਥੇ ਹੋਰ ਖਾਣ ਪੀਣ ਤੇ ਖੁਸ਼ੀ ਦਾ ਸਮਾਨ ਸੀ, ਉੱਥੇ ਭਾਈ ਗੁਰਮੁਖ ਜੀ ਨੇ ਦੇਖਿਆ ਕਿ ਮੌਤ ਦੀ ਸਮੱਗਰੀ ਵੀ ਇੱਕ ਪਾਸੇ ਪਈ ਸੀ। ਭਾਈ ਗੁਰਮੁਖ ਅਚਰਜ ਹੋਇਆ। ਭਾਈ ਜੀ ਦੇ ਪੁੱਤਰ ਦਾ ਵਿਆਹ ਹੋਇਆ। ਭਾਈ ਗੁਰਮੁਖ ਜੀ ਜੰਝ ਦੇ ਨਾਲ ਗਏ। ਬਰਾਤ ਮੁੜੀ ਤੇ ਸੁਹਾਗ ਰਾਤ ਨੂੰ ਹੀ ਬੇਟੇ ਦੇ ਪੇਟ ਵਿੱਚ ਐਸਾ ਰਸੂਲ ਉੱਠਿਆ ਕਿ ਉਸ ਦੀ ਮੌਤ ਹੋ ਗਈ। ਭਾਈ ਜੀ ਨੇ ਘਰੋਂ ਮੌਤ ਦੀ ਸਾਰੀ ਸਮੱਗਰੀ ਕੱਢੀ। ਉਹ ਰੀਤ ਜੋ ਗੁਰੂ ਨਾਨਕ ਦੇਵ ਜੀ ਚਲਾ ਗਏ ਸਨ, ਸੋਹਲਾ ਪੜ ਪ੍ਰਸ਼ਾਦ ਵਰਤਾਈ, ਜੋ ਗੁਰੂ ਨਾਨਕ ਰੀਤ ਚਲਾਈ। ਸੋਹਲਾ ਪੜ ਪ੍ਰਸ਼ਾਦ ਵਰਤਾਈ, ਜੋ ਗੁਰੂ ਨਾਨਕ ਰੀਤ ਚਲਾਈ। ਪਰਚੌਣੀ ਨੂੰ ਜੋ ਆਏ, ਭਾਵ ਕਿ ਜੋ ਲੋਕ ਅਫਸੋਸ ਲਈ ਆਉਂਦੇ ਸਨ, ਉਹ ਉਸ ਦਰੀ ਦੇ ਉੱਤੇ ਬੈਠਦੇ ਸਨ ਜਿਹੜੇ ਸੀ ਭਾਈ ਭਿਖਾਰੀ ਜੀ ਨੇ ਗੰਢ ਤੁੱਪ ਕਰਕੇ ਤਿਆਰ ਕੀਤੀ ਹੋਈ ਸੀ। ਹੁਣ ਭਾਈ ਗੁਰਮੁਖ ਜੀ ਕੋਲੋਂ ਨਾ ਰਿਹਾ ਗਿਆ ਤਾਂ ਪੁੱਛ ਬੈਠਾ ਕਿ ਜੇ ਤੁਸੀਂ ਪੁੱਤ ਦੀ ਮੌਤ ਬਾਰੇ ਜਾਣਦੇ ਸੀ ਤਾਂ ਗੁਰੂ ਕੋਲੋਂ ਆਜੂ ਹੋਰ ਮੰਗ ਲੈਂਦੇ। ਸਿਦਕ ਦੀ ਮੂਰਤ ਭਾਈ ਭਿਖਾਰੀ ਜੀ ਨੇ ਕਿਹਾ ਕਿ ਕੁਝ ਚਿਰ ਹੋਰ ਆਜੂ ਮੰਗ ਵੀ ਲੈਂਦਾ ਤਾਂ ਫਿਰ ਵੀ ਦੇਹ ਨੇ ਤਾਂ ਫਿਰ ਵੀ ਵਿਨਾਸ਼ਨਾ ਸੀ, ਭਾਵ ਕਿ ਖਤਮ ਹੋਣਾ ਹੀ ਸੀ, ਮੌਤ ਨੇ ਤਾਂ ਇੱਕ ਦਿਨ ਆਉਣਾ ਹੀ ਸੀ। 6ਵੇਂ ਅਧਿਆਏ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਝੂਠ ਸਮਗਰੀ ਇਹ ਜਗ ਜਾਨੋ, ਇਨਕੇ ਹੇਤ ਜਤਨ ਕਿਆ ਠਾਨੋ, ਸਿੱਖੀ ਸਿਦਕ ਭਰੋਸਾ ਦਾਨ, ਗੁਰ ਤੇ ਮੰਗੀਏ ਨਾਮ ਨਿਧਾਨ, ਸਦ ਆਨੰਦ ਗੁਰ ਭਾਣੇ ਕਰੀਏ, ਜੋ ਗੁਰ ਭਾਣਾ ਸਤ ਵਿਚਰੀਏ। ਜਿਸ ਕੀ ਬਾਸਤ ਸੋਏ ਜੋ ਲੇਵੈ, ਭਾਣੇ ਗੁਰਸਿੱਖ ਹਰਖ ਧਰੇਵੈ। ਭਾਈ ਗੁਰਮੁਖ ਜੀ ਨੇ ਗੁਰੂ ਜੀ ਨੂੰ ਆ ਕੇ ਇਹ ਵਾਰਤਾ ਦੱਸੀ। ਇਸੇ ਤਰ੍ਹਾਂ ਦੇ ਇੱਕ ਹੋਰ ਸਿੱਖ ਅਨਿਲ
ਅਡੋਲ ਸਿੱਖ ਭਾਈ ਤਰਲੋਕਾ ਜੀ ਦੀ ਜ਼ਿਕਰ ਹੈ। ਭਾਈ ਇਹ ਜਿਹੜੇ ਨੇ, ਇਹ ਸਿੱਖ ਨੇ, ਇਹ ਗੜ੍ਹਸ਼ੰਕਰ ਦੇ ਇਲਾਕੇ 'ਚ ਹੋਏ ਨੇ। ਲਿਖਦੇ ਨੇ ਕਿ ਗੜ੍ਹਸ਼ੰਕਰ ਵਿਖੇ ਇੱਕ ਜੋਗੀ ਨੇ ਪ੍ਰਸਿੱਧ ਕਰ ਰੱਖਿਆ ਸੀ ਕਿ ਉਸ ਨੂੰ ਇਹ ਵਰ ਪ੍ਰਾਪਤ ਹੋ ਗਿਆ ਹੈ ਕਿ ਜੋ ਉਸ ਨੂੰ ਦੇਖੇਗਾ ਉਸ ਨੂੰ 1 ਸਾਲ ਦਾ ਸਵਰਗ ਨਸੀਬ ਹੋਵੇਗਾ। ਨਗਰੀ ਦੇ ਲੋਕਾਂ ਨੂੰ ਦਰਸ਼ਨ ਦੇ ਭਾਣੇ ਆਪਣੀ ਪ੍ਰਭਤਾ ਇਸ ਤਰ੍ਹਾਂ ਉਹ ਵਧਾ ਰਿਹਾ ਸੀ। ਜੋ ਕੋ ਆਵੈ ਦਰਸ਼ਨ ਕਰੈ, ਜੋਗੀ ਸੁਰਗ ਵਰਸ ਮੁਖ ਰਰੈ। ਉਸੇ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸਿੱਖ ਭਾਈ ਤਰਲੋਕਾ ਜੀ ਰਹਿੰਦੇ ਸਨ। ਕਿਰਤਕਾਰ ਕਰਕੇ ਗੁਜ਼ਾਰਾ ਕਰਦੇ ਸਨ, ਗੁਰਬਾਣੀ ਵਿੱਚ ਚਿੱਤ ਲਗਾਈ ਰੱਖਦੇ ਸਨ। ਨਿਰਦਨ ਸਦ ਹੀ ਹਾਟ ਚਲਾਵੇ, ਗੁਰੂ ਨਾਨਕ ਕਾ ਧਿਆਨ ਲਗਾਵੇ। ਸਾਰੇ ਪਿੰਡ ਵਾਸੀ ਜਾਣਦੇ ਸਨ ਕਿ ਹੋਰ ਤਾਂ ਸਾਰੇ ਜੋਗੀ ਦੇ ਦੁਆਰੇ ਹੋ ਆਏ ਹਨ, ਪਰ ਤਰਲੋਕਾ ਨਹੀਂ ਗਿਆ। ਜੋਗੀ ਨੇ ਉਸ ਵੱਲ ਬੰਦੇ ਭੇਜੇ ਤੇ ਕਿਹਾ, ਤਾਂ ਭਾਈ ਜੀ ਨੇ ਕਿਹਾ, ਸਵਰਗ ਇਸ਼ ਹਮਰੇ ਮਨ ਨਾਹੀਂ। ਉਸ ਨੇ 3 ਵਾਰੀ ਬੰਦੇ ਭੇਜੇ ਤੇ ਕਿਹਾ ਕਿ ਇੰਦਰ ਲੋਕ ਦਾ ਰਾਜ ਕਮਾਵੇ ਤੇ ਖੁਦ ਸ਼ੰਕਰ ਬਣ ਕੇ ਸਵਰਗ ਵਿੱਚ ਰਹੋ। ਪਰ ਭਾਈ ਜੀ ਨੇ ਇਹ ਹੀ ਕਹਿ ਲਿਆ ਕਿ ਸਾਨੂੰ ਸਵਰਗਾਂ ਦੀਆਂ ਲੋੜਾਂ ਨਹੀਂ, ਨਾ ਹੀ ਲੋਚਾ ਹੈ। ਇਹ ਝੜ ਪੈਣੇ ਹਨ। ਗੁਰੂ ਚਰਨਾਂ ਤੋਂ ਕਈ ਸਵਰਗ ਬਾਰ ਦਿੱਤੇ। ਹਮਰੋ ਜਾਨ ਧਾਮ ਗੁਰ ਕੇਰੇ, ਕਈ ਸੁਰਗ ਜਿਹੇ ਚਰਨ ਬਸੇਰੇ। ਇਤਨਾ ਸੁਣ ਕੇ ਜੋਗੀ ਆਪੂ ਤੁਰ ਕੇ ਭਾਈ ਸਾਹਿਬ ਦੇ ਪਾਸ ਆਇਆ। ਜੋਗੀ ਦਾ ਆਉਣਾ ਸੁਣ ਕੇ ਭਾਈ ਤਰਲੋਕੇ ਨੇ ਦੁਕਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ। ਕਵਾੜ ਹੱਟੀ ਕੇ ਤਬ ਜੜ ਦੀਨੇ, ਭੀਤਰ ਬੈਠ ਧਿਆਨ ਗੁਰ ਕੀਨੇ। ਬੰਦ ਦਰਵਾਜ਼ੇ ਦੇਖ ਕੇ ਜੋਗੀ ਨੇ ਕਿਹਾ, ਮੈਨੂੰ ਦੀਦਾਰ ਦੇਵੋ। ਤਾਂ ਭਾਈ ਸਾਹਿਬ ਨੇ ਅੰਦਰੋਂ ਬੋਲੇ, ਤੁਮਰੇ ਦਰਸ ਸੁਰਗ ਨਰ ਜਾਈ, ਸੁਰਗ ਭੋਗ ਨਹਿ ਚਾਹ ਹਮਾਰੇ, ਹਮ ਜਾਨਾ ਗੁਰਪੁਰੀ ਅਪਾਰੇ। ਤੈਨੂੰ ਵਰ ਹੈ ਕਿ ਤੈਨੂੰ ਦੇਖਣ ਨਾਲ ਸੁਰਗ ਮਿਲਦਾ ਹੈ, ਉਹ ਸਾਨੂੰ ਨਹੀਂ ਚਾਹੀਦਾ। ਨਾਲੇ ਜਿਸ ਦੇ 2 ਬੇੜੀਆਂ ਦੇ ਵਿੱਚ ਪੈਰ ਹੋਣ, ਉਸ ਦੀ ਨਈਆ ਕਦੇ ਵੀ ਪਾਰ ਨਹੀਂ ਲੱਗਦੀ। 2 ਬੇੜੀ ਕੋ ਪਾਰ ਨ ਪਰਈ, ਇੱਕ ਬੇੜੀ ਨਿਸ਼ਚੇ ਨਰ ਤਰਈ। ਜੋਗੀ ਨੇ ਕਿਹਾ, ਮੈਂ ਵੀ ਹੁਣ ਤੋਂ ਗੁਰੂ ਦਾ ਸਿੱਖ ਹਾਂ, ਮੈਨੂੰ ਉਸ ਗੁਰੂ ਪਾਸ ਲੈ ਚੱਲ। ਭਾਈ ਤਰਲੋਕਾ ਜੀ ਨੇ ਕਿਹਾ ਕਿ ਹੁਣ ਤਖ਼ਤ ਤੇ ਗੁਰੂ ਅਰਜਨ ਦੇਵ ਜੀ ਬੈਠੇ ਹਨ। ਦੋਵੇਂ ਰਲ ਕੇ ਸ੍ਰੀ ਅੰਮ੍ਰਿਤਸਰ ਆਏ, ਪਰ ਜੋਗੀ ਦੇ ਮਨ ਚੈਨ ਨਹੀਂ ਸੀ। ਇਹ ਹੀ ਸੋਚੀ ਜਾਵੇ ਕਿ ਮੇਰੀ ਇਤਨੀ ਲੰਮੀ ਉਮਰ ਤੇ ਗੁਰੂ ਜੀ ਦੀ ਬਾਲ ਉਮਰ ਹੈ, ਕੈਸੇ ਸਿਰ ਝੁਕਾਵਾਂ। ਗੁਰੂ ਜੀ ਤੰਬੂ ਦੇ ਵਿੱਚ ਬੈਠੇ ਸਨ। ਭਾਈ ਤਰਲੋਕਾ ਜੀ ਨੇ ਜਾ ਕੇ ਮੱਥਾ ਟੇਕਿਆ ਤਾਂ ਮਹਾਰਾਜ ਨੇ ਕਿਹਾ ਕਿ ਜੋਗੀ ਜੋ ਬਾਹਰ ਬੈਠਾ ਹੈ, ਉਸ ਨੂੰ ਪੁੱਛ ਕਿ ਤੇਰਾ ਇੱਕ ਕੰਨ ਮੁੰਦਰਾ ਸਮੇਤ ਕਿੱਥੇ ਗਿਆ। ਜੋਗੀ ਦੀ ਉਮਰ ਦਾ ਅਭਿਮਾਨ ਵੀ ਟੁੱਟ ਗਿਆ। ਹੋਇਆ ਇਸ ਤਰ੍ਹਾਂ ਕਿ ਇੱਕ ਵਾਰੀ ਜੋਗੀ ਜਹਾਜ਼ ਤੇ ਜਾ ਰਿਹਾ ਸੀ। ਜਹਾਜ਼ ਨੂੰ ਮਗਰਮੱਛ ਨੇ ਰੋਕ ਲਿਆ। ਜੋਗੀ ਦੀ ਬਲੀ ਦਿੱਤੀ ਗਈ। ਮੱਛ ਨੇ ਜੋਗੀ ਦਾ ਕੰਨ ਸਮੇਤ ਮੁੰਦਰਾਂ ਸਮੇਤ ਜਿਹੜਾ ਕੰਨ ਉਹ ਤਾਂ ਕੱਟ ਲਿਆ, ਪਰ ਪ੍ਰਭੂ ਨੇ ਬਚਾ ਲਿਆ ਤੇ ਫਿਰ ਜਹਾਜ਼ ਦੇ ਵਿੱਚ ਉਸ ਮੱਛ ਨੇ ਇਹਨੂੰ ਦੁਬਾਰਾ ਸੁੱਟ ਦਿੱਤਾ। ਮਹਾਰਾਜ ਦੇ ਕਮਲ ਹੱਥਾਂ ਨੂੰ ਉਸਨੇ ਪਛਾਣ ਲਿਆ, ਜਿਨ੍ਹਾਂ ਨੇ ਜੋਗੀ ਨੂੰ ਬਚਾਇਆ ਸੀ। ਉਸ ਚਰਨ ਹੱਥ ਲਗਾਏ ਤੇ ਮਹਾਰਾਜ ਨੂੰ ਕਿਹਾ, ਜੋਗੀ ਜੀ ਕੋਈ ਇੱਛਾ ਹੋਵੇ ਤਾਂ ਦੱਸੀਏ। ਜੋਗੀ ਜੀ ਨੇ ਕਿਹਾ, ਉਹੀ ਦ੍ਰਿੜਤਾ ਬਖਸ਼ੋ ਜੋ ਆਪ ਜੀ ਦੇ ਸਿੱਖ ਭਾਈ ਤਰਲੋਕੇ ਦੇ ਵਿੱਚ ਹੈ। ਮੰਗਿਓ ਬਰ ਜੋਗੀ ਰੁਚ ਪਾਈ, ਜਸ ਦ੍ਰਿੜਤਾ ਇਹ ਸਿੱਖ ਮਨ ਆਈ। ਗੁਰੂ ਜੀ ਨੇ 7 ਵਚਨ ਕਹਿ ਕੇ ਉਸ ਨੂੰ ਵਰ ਬਖਸ਼ਿਆ। ਇੱਕ ਹੋਰ ਅਨੰਨ ਸਿੱਖ। ਕਾਂਚੀ ਤੋਂ ਇੱਕ ਪੰਡਿਤ ਗੋਪਾਲ ਰਾਏ ਨਾਂ ਦਾ ਆਇਆ ਤੇ ਸੰਗਤਾਂ ਨੂੰ ਕਥਾ ਕਰ ਸੁਣਾਈ। ਗੁਰੂ ਜੀ ਵੀ ਸੁਣਦੇ, ਭਾਵੇਂ ਉਹ ਆਪੂ ਗਿਆਨ ਦੇ ਭੰਡਾਰ ਸਨ। ਭਾਈ ਸਾਲੋ ਜੀ ਨੇ ਆ ਕੇ ਖਬਰ ਦਿੱਤੀ ਕਿ ਡਰੋਲੀ ਬਾਉਲੀ ਤਿਆਰ ਹੋ ਗਈ ਹੈ। ਭਾਈ ਸਾਲੋ ਜੀ ਅਨੰਨ ਭਗਤ ਤੇ ਗੁਰਮੁਖ ਸਨ।
ਗੁਰੂ ਜੀ ਨੇ ਧਨ ਸਾਲੋ ਕਿਹਾ। ਜਦ ਪੰਡਤ ਨੇ ਪੁਰਾਣਾ ਦੀ ਕਥਾ ਦਾ ਭੋਗ ਪਾਇਆ ਤਾਂ ਗੁਰੂ ਜੀ ਨੇ ਅਪਾਰ ਧਨ ਦਿੱਤਾ ਤੇ ਇਹ ਵੀ ਕਿਹਾ, ਪੰਡਤ ਜੀ ਪੋਥੀ ਔਰ वेदांत की पंडित लिहो मंगाए। उसने कहा कि पोथी कांची विखे है, जे आज्ञा दियो तो मैं ले आवा। महाराज ने कहा, बिना देरी जाओ। पंडित ने शुभ लगन ते मुहूर्त कढ़ के आज्ञा मंगण आया। महाराज ने राह दा खर्च ਲਈ 500 ਰੁਪਈਆ ਦਿੱਤਾ, ਪਰ ਪੰਡਤ ਅਜੇ ਅੰਮ੍ਰਿਤਸਰ ਤੋਂ ਬਾਹਰ ਹੀ ਗਿਆ ਸੀ ਕਿ ਗਧਾ ਹੀਂਗ ਪਿਆ। ਉਹ ਉਸੇ ਪੈਰੀਂ ਮੁੜ ਆਇਆ ਤੇ ਮਹਾਰਾਜ ਨੇ ਪੁੱਛਿਆ ਕਿ ਕੀ ਹੋਇਆ। ਪੰਡਤ ਨੇ ਕਿਹਾ ਕਿ ਗਧਾ ਹੀਂਗ ਪਿਆ ਹੈ। ਮਹਾਰਾਜ ਨੇ ਮੁਸਕਰਾ ਕੇ ਕਿਹਾ ਕਿ ਤੂੰ ਵੀ ਕਮਾਲ ਦਾ ਪੰਡਤ ਹੈ। ਇੱਕ ਗਧੇ ਦੇ ਹੀਂਗਣ ਦੇ ਨਾਲ ਤੇਰੇ ਸਭ ਕੀਤੇ ਲਗਨ ਵਿਅਰਥ ਹੋ ਗਏ। ਤਾਤੇ ਲਗਨ ਸਭ ਮਿਥਿਆ ਜਾਣੇ, ਗਧੇ ਬਚਨ ਤੁਮ ਸਤ ਪਛਾਣੇ। ਮਹਾਰਾਜ ਨੇ ਕਿਹਾ ਕਿ ਦੇਖ ਸਿੱਖਾਂ ਦੇ ਵਿੱਚ ਬਚਨਾਂ ਦੀ ਕਿੰਨੀ ਦ੍ਰਿੜਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਰੀ ਹੈ। ਭਾਈ ਪੈੜਾ ਜੀ ਨੂੰ ਆਗਿਆ ਕੀਤੀ ਤੇ ਕਿਹਾ ਕਿ ਲੰਕਾ ਦੇ ਵਿੱਚੋਂ ਪ੍ਰਾਨ ਸੰਗਲੀ ਲਿਆਉਣੀ ਹੈ। ਭਾਵੇਂ ਲੰਕਾ ਦੇ ਵਿੱਚ ਇੱਕ ਔਰਤ ਦਾ ਰਾਜ ਹੈ, ਪਰ ਉਸ ਦੇ ਛਲ ਤੇਰੇ ਨੇੜੇ ਨਹੀਂ ਆਉਣਗੇ। ਤੇਰੇ ਰਾਜ ਛਲ ਨਿਕਟ ਨਾ ਆਵੇ। ਇੱਕ ਸਿੱਖ ਨੇ ਆ ਕੇ ਕਿਰਤ ਕਮਾਈ ਦੇ ਵਿੱਚੋਂ 5 ਪੈਸੇ ਭੇਟ ਕੀਤੇ ਤਾਂ ਉਹ ਹੀ ਸਿੱਖ ਨੂੰ ਰਾਹ ਦਾ ਖਰਚ ਦਿੱਤੇ ਗਏ। ਰਾਹ ਮਕਾਮ ਦਾ ਵੇਰਵਾ ਗੁਰੂ ਜੀ ਨੇ ਕਾਗਜ਼ ਤੇ ਲਿਖ ਦਿੱਤਾ। ਪੰਡਤ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਦੇਖ ਐਸੇ ਸਿੱਖ ਹਨ ਜਿਨ੍ਹਾਂ ਨੂੰ ਗ੍ਰਹਿ ਥਿਤੀਵਾਰ ਦੀ ਰਤਾ ਪ੍ਰਵਾਹ ਨਹੀਂ। ਸਿੱਖ ਅਨੰਦ ਪੰਡਤ ਦਿਖ ਐਸੇ, ਗ੍ਰਹਿ ਥਿਤ ਬਾਰ ਜਾਨ ਨਹਿ ਕੈਸੇ। ਤੈਨੂੰ 500 ਰੁਪਇਆ ਤੇ ਇਸ ਨੂੰ ਕੇਵਲ 5 ਪੈਸੇ ਦਿੱਤੇ ਨੇ। ਇਹ ਖਿੜੇ ਮੱਥੇ ਚੱਲ ਪਿਆ ਹੈ। ਇਸ ਨੂੰ ਇੱਕ ਭਰੋਸਾ ਵਾਹਿਗੁਰੂ ਤੇ ਹੈ ਤੇ ਲਗਨਾਂ ਨੂੰ ਤਿਆਗ ਕੇ ਨਿਰੋਲ ਅਰਦਾਸ ਹੀ ਕਰਦੇ ਨੇ। ਏਕ ਭਰੋਸਾ ਪ੍ਰਭੂ ਕਾ ਪਾਏ, ਤਿਆਗ ਲਗਨ ਅਰਦਾਸ ਕਰਾਏ। ਅਧਿਆਏ 6ਵਾਂ। ਲੰਕਾ ਦੇ ਵਿੱਚ ਰਾਣੀ ਨੇ ਬੜੇ ਬਲ ਛਲ ਤੇ ਜੰਤਰ ਮੰਤਰ ਕੀਤੇ, ਪਰ ਸਿੱਖ ਨੇ ਰਤਾ ਪ੍ਰਭਾਵ ਨਾ ਪੈਣ ਦਿੱਤਾ। ਸਿੱਖ ਤੇ ਰਤਾ ਪਰ ਵੀ ਪ੍ਰਭਾਵ ਨਾ ਪਿਆ। ਭਾਈ ਪੈੜਾ ਜੀ ਦੀ ਦ੍ਰਿੜਤਾ ਦੇਖ ਕੇ ਰਾਣੀ ਨੇ ਪੋਥੀ ਉਸ ਨੂੰ ਦੇ ਦਿੱਤੀ। ਭਾਈ ਜੀ ਲੈ ਕੇ ਅੰਮ੍ਰਿਤਸਰ ਆਏ। ਮਹਾਰਾਜ ਨੇ ਆਦਿ ਤੋਂ ਅੰਤ ਤੱਕ ਪੋਥੀ ਵਾਚੀ ਤੇ ਨਿਰਣਾ ਲਿਆ ਕਿ ਇਸ ਵਿੱਚ ਲਿਖੀਆਂ ਵਿਚਾਰਾਂ ਦੀ ਲੋੜ ਨਹੀਂ, ਕੋਈ ਆਪਣਾ ਵੀ ਨਹੀਂ ਸਕੇਗਾ। ਸੋ ਪੋਥੀ ਨੂੰ ਸਵੀਕਾਰ ਨਾ ਕਰਦੇ ਹੋਏ ਸਰੋਵਰ ਦੇ ਵਿੱਚ ਸੁੱਟ ਦਿੱਤਾ ਗਿਆ। ਚੌਪਈ। ਆਦ ਅੰਤ ਪੋਥੀ ਦਿਖੀ, ਸ੍ਰੀ ਗੁਰ ਕੀਨ ਵਿਚਾਰ। ਜੋਗ ਸਾਧਨਾ ਇਸ ਵਿਖੇ, ਕਲ ਨਰ ਸਕੈ ਨ ਧਾਰ। ਸੁਦਾ ਸਰੋਵਰ ਮੈਂ ਦਈ ਡਾਰੇ, ਦਿਖ ਸਭ ਹੀ ਨਰ ਬਿਸਮੈ ਧਾਰੇ। ਸਭਨਾਂ ਨੂੰ ਹੈਰਾਨੀ ਦੂਰ ਕਰਨ ਲਈ ਮਹਾਰਾਜ ਨੇ ਕਿਹਾ ਕਿ ਪ੍ਰਾਨ ਸੰਗਲੀ ਇਸ ਲਈ ਜਾਇਆ ਕੀਤੀ ਹੈ ਕਿ ਸਿੱਖ ਯੋਗ ਸਾਧਨਾ ਦੇ ਵਿੱਚ ਪੈ ਕੇ ਕੀਮਤੀ ਜੀਵਨ ਹੀ ਜਾਇਆ ਨਾ ਕਰ ਦੇਣ। ਯੋਗ ਕੀ ਹੁੰਦਾ ਹੈ, ਇਸ ਦਾ ਸਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸੂਹੀ ਰਾਗ ਦੇ ਵਿੱਚ ਲਿਖ ਦਿੱਤਾ ਹੈ। ਜੋਗ ਨ ਖਿੰਥਾ ਜੋਗ ਨ ਡੰਡੈ, ਜੋਗ ਨ ਭਸਮ ਚੜਾਈਐ। ਜੋਗ ਨ ਮੁੰਦੀ ਮੂੰਡ ਮੰਡਾਈਐ, ਜੋਗ ਨ ਸਿੰਘੀ ਵਾਈਐ। ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਮਹਾਰਾਜ ਨੇ ਇਹ ਵੀ ਬਚਨ ਕੀਤੇ ਕਿ ਜਿਵੇਂ ਸਾਗਰ ਦੇ ਵਿੱਚ ਕੋਈ ਮਰਨ ਮਾਂਡ ਟੁੱਬੀ ਲਗਾਉਂਦਾ ਹੈ ਤਾਂ ਹੇਠੋਂ ਸਾਗਰ ਦੇ ਵਿੱਚੋਂ ਰਤਨ ਕੱਢ ਲਿਆਉਂਦਾ ਹੈ, ਤਿਵੇਂ ਇੱਥੇ ਅੰਮ੍ਰਿਤਸਰ ਇਸ਼ਨਾਨ ਕਰਕੇ ਜੋ ਨਾਮ ਜਪਦਾ ਹੈ, ਸੰਗਤ ਕਰਦਾ ਹੈ, ਜੁੜਦਾ ਹੈ, ਉਸ ਨੂੰ ਯੋਗ ਪਦਵੀ ਸਹਿਜੇ ਹੀ ਮਿਲ ਜਾਂਦੀ ਹੈ। ਪੰਡਿਤ ਔਰ ਬਾਤ ਸੁਨ ਲੀਜੈ, ਅੰਮ੍ਰਿਤਸਰ ਜੋ ਮੱਜਨ ਕੀਜੈ। ਜਪੈ ਨਾਮ ਪੁਨ ਧਿਆਨ ਲਗਾਵੈ, ਪਦਵੀ ਜੋਗ ਸੋਊ ਨਰ ਪਾਵੈ। ਸੁਦਾ ਸਰੋਵਰ ਜੋ ਨਰ ਕਰੈ ਸਨਾਨ, ਜਪ ਤਪ ਜੋਗ ਬੈਰਾਗ ਜਗ ਨਿਸ਼ਚੈ ਪਾਵੈ ਗਿਆਨ। ਅਧਿਆਏ 6ਵਾਂ। ਪੰਡਿਤ ਨੇ ਜਾ ਕੇ ਕਾਂਸ਼ੀ ਦੇ ਵਿੱਚ ਗੁਰੂ ਜੀ ਦੀ ਉਪਮਾ ਸੁਣਾਈ ਤੇ ਸਾਰੇ ਪ੍ਰਾਂਤ ਵਿੱਚ ਗੁਰੂ ਜੀ ਦੀ ਦੋਹੀ ਫੇਰੀ। ਤੇ ਅਗਲਾ ਜਿਹੜਾ ਲੇਖ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹ ਜੀਵਨ ਨਾਲ ਸੰਬੰਧਿਤ ਹੈ, ਉਹ
ਅਸੀਂ ਅਗਲੇ ਹਫ਼ਤੇ ਜਿਹੜਾ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਤੇ ਇੱਥੇ ਹੀ ਅਸੀਂ ਅੱਜ ਦੀਆਂ ਵਿਚਾਰਾਂ ਨੂੰ ਸਮੇਟਦੇ ਹਾਂ ਤੇ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਜੋ ਵੀ ਇਹ ਜਿਹੜੀਆਂ ਵਿਚਾਰਾਂ ਨੇ ਇਹਨਾਂ ਦੇ ਵਿੱਚੋਂ ਜੋ ਵੀ ਉਪਦੇਸ਼ ਹੈ ਸਾਡੇ ਹਿਰਦੇ ਵਿੱਚ ਸਤਿਗੁਰੂ ਜੀ ਵਸਾਉਣ ਤੇ ਸਾਨੂੰ ਸਿੱਖੀ ਦੇ ਰਾਸਤੇ ਤੇ ਤੋਰਨ। ਤੇ ਪ੍ਰੋਗਰਾਮ ਕਰਦਿਆਂ ਕਈ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਤੇ ਅਸੀਂ ਖਿਮਾ ਦੇ ਜਾਚਕ ਹਾਂ ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਨੇ ਸਵਾਸ ਬਖਸ਼ੇ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਤਦ ਤੱਕ ਲਈ ਇਜਾਜ਼ਤ ਦਿਓ। ਆਪਣਾ ਖਿਆਲ ਰੱਖਿਓ। ਵਾਹਿਗੁਰੂ ਸਭ ਦਾ ਭਲਾ ਕਰੇ। नैनो नीर बहे, नैनो नीर बहे तन खीना, भय केस दुधवानी। नैनो नीर बहे, नैनो नीर बहे तन खीना, केस दुधवानी। नैनो नीर बहे। नैनो नीर बहे तन खीना, भय केस दुधवानी। रूधा कंठ शब्द नहीं उचरे, अब क्या करे प्राणी। रूधा कंठ शब्द नहीं उचरे, अब क्या करे प्राणी। नैनो नीर बहे, नैनो नीर बहे तन खीना, भय केस दुधवानी। नैनो नीर बहे। राम राय हो है वैद बनवारी, अपने संते अपने संते लियो बारी। नैनो नीर बहे, नैनो नीर बहे तन खीना, भय केस दुधवानी। नैनो नीर बहे।
शरीर जलन है, करक कलेजे माही। माथे पीर शरीर जलन है, करक कलेजे माही। ऐसी बेदन उपज खरी भई, वाका औखद नाही। ऐसी बेदन उपज खरी भई, वाका औखद नाही। नैनो नीर बहे, नैनो नीर बहे तन खीणा, भय केस दुधवानी। नैनो नीर बहे। हर का नाम अमृत जल निर्मल, ए औखद जग सारा। हर का नाम अमृत जल निर्मल, ए औखद जग सारा। गुर प्रसाद कहे जन भीखन, पावो मोख द्वारा। गुर प्रसाद कहे जन भीखन, पावे मोख द्वारा। गुर प्रसाद कहे जन भीखन, पावे मोख द्वारा। नैनो नीर बहे, नैनो नीर बहे तन खीणा, भय केस दुधवानी। नैनो नीर बहे। बुढ़ा हुआ शेख फरीद, बुढ़ा हुआ शेख फरीद। कम्मन लगी देह जे 100 वरियां जीवना। हाँ जे 100 वरियां जीवना, भीतन हो सीखे। बिरद भयो सूझे नहीं, बिरद भयो बिरद भयो सूझे नहीं। काल पहुँचो आन, कहो नानक नर बावरे। बावरे बावरे, क्यों ना भजे भगवान। नैनो नीर बहे, नैनो नीर बहे तन खीणा, भय केस दुधवानी। नैनो नीर बहे, नैनो नीर बहे तन खीणा, भय केस
बहे। हर का नाम अमृत जल निर्मल, एहो खत जग सारा। गुर प्रसाद कहे जन भीखन, पावो मोख द्वारा। गुर प्रसाद कहे जन भीखन, पावो